ਸਤਿਕਾਰਯੋਗ ਗੁਰੂ ਖਾਲਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਵਿੱਤਰ ਜੀਵਨ। ਲੇਖਕ ਗਿਆਨੀ ਪ੍ਰੀਤਮ ਸਿੰਘ ਲਿਖਾਰੀ, ਜਥਾ ਭਿੰਡਰਾਂ ਯੂਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਸੇਵਾ ਕਉ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਰਾਮ ਕਲੀ ਮਹੱਲਾ ਪੰਜਵਾਂ। ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤਹਿ ਚਰਨ ਮਾਥਾ ਮੇਰੋ ਪਾਉਤ, ਅਨਕ ਬਾਰ ਸੰਤਹਿ ਡੰਡਾਉਤ। ਇਹੋ ਮਨ ਸੰਤਨ ਕੈ ਬਲਿਹਾਰੀ, ਜਾ ਕੀ ਓਟ ਗਹੀ ਸੁਖ ਪਾਇਆ। ਰਾਖੇ ਕਿਰਪਾ ਧਾਰੀ ਰਹਾਉ, ਸੰਤਹਿ ਚਰਨ ਧੋਏ ਧੋਏ ਪੀਵਾ। ਸੰਤਹਿ ਦਰਸ ਪੇਖ ਪੇਖ ਜੀਵਾ। ਸੰਤਹਿ ਕੀ ਮੇਰਾ ਮਨ ਆਸ, ਸੰਤ ਹਮਾਰੀ ਨਿਰਮਲ ਰਾਸ। ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਹਿ ਕਬਹੂ ਨ ਕਰਦਾ। ਸੰਤਹਿ ਸੰਗ ਦੀਆ ਕਿਰਪਾਲ, ਸੰਤ ਸਹਾਈ ਭਏ ਦਇਆਲ। ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ। ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤਹਿ ਦੇਖ ਨਿਹਾਲ। ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤਹਿ ਦੇਖ ਨਿਹਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੁਖ ਬੰਦ। ਟਕਸਾਲ ਇੱਕ ਅਜਿਹਾ ਸ਼ਬਦ ਹੈ ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਵਾਰ ਜ਼ਿਕਰ ਆਉਂਦਾ ਹੈ। ਸੰਸਾਰਕ ਵਾਤਾਵਰਣ ਅਤੇ ਦੁਨਿਆਵੀ ਕਾਰੋਬਾਰ ਵਿੱਚ ਵੀ ਟਕਸਾਲ ਇੱਕ ਮਹੱਤਵਪੂਰਨ ਨਾਮ ਹੈ। ਉਸ ਅਸਥਾਨ ਨੂੰ ਟਕਸਾਲ ਆਖਿਆ ਜਾਂਦਾ ਹੈ ਜਿੱਥੇ ਸੋਨਾ ਚਾਂਦੀ, ਗਿਲਟ ਸਿਲਵਰ, ਪਿੱਤਲ ਜਾਂ ਤਾਂਬਾ ਆਦਿ ਧਾਤਾਂ ਤੋਂ ਸਰਕਾਰ ਵੱਲੋਂ ਪ੍ਰਵਾਨਿਤ ਸਿੱਕੇ ਘੜੇ ਜਾਂਦੇ ਹਨ। ਇਹਨਾਂ ਧਾਤਾਂ ਦੀ ਆਪਣੇ ਥਾਂ ਤੇ ਵੀ ਭਾਵੇਂ ਕੋਈ ਅਹਿਮੀਅਤ ਹੈ, ਪਰ ਟਕਸਾਲ ਵਿੱਚ ਘੜੇ ਜਾਣ ਪਿੱਛੋਂ ਸਰਕਾਰੀ ਮੋਹਰ ਵਾਲੇ ਸਿੱਕੇ ਦੀ ਆਪਣੀ ਵੱਖਰੀ ਵਿਸ਼ੇਸ਼ਤਾ ਹੁੰਦੀ ਹੈ। ਉਸ ਨੂੰ ਲੈਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਕਿਉਂਕਿ ਉਸ ਪਿੱਛੇ ਸਮੇਂ ਦੀ ਸਰਕਾਰ ਦੀ ਪ੍ਰਵਾਨਗੀ ਹੁੰਦੀ ਹੈ। ਟਕਸਾਲ ਵਿੱਚ ਘੜੇ ਸਿੱਕੇ ਨਾਲ ਦੁਨੀਆ ਦਾ ਹਰ ਪਦਾਰਥ ਜਾਂ ਵਸਤੂ ਖਰੀਦ ਸਕਦੇ ਹਾਂ। ਕੋਈ ਦੁਕਾਨਦਾਰ, ਵਪਾਰੀ, ਸਰਕਾਰੀ ਅਦਾਰਾ ਜਾਂ ਵਿਅਕਤੀ ਟਕਸਾਲੀ ਸਿੱਕੇ ਦੀ ਕੀਮਤ ਤੋਂ ਇਨਕਾਰੀ ਨਹੀਂ ਹੋ ਸਕਦਾ। ਅਣਘੜਤ ਧਾਤ ਜਾਂ ਗੈਰ ਟਕਸਾਲੀ ਸਿੱਕੇ ਦੇ ਬਦਲੇ ਅਸੀਂ ਜਵਾਹਰਾਤ, ਹੀਰੇ, ਮੋਤੀ, ਸੋਨਾ, ਚਾਂਦੀ ਅਤੇ ਹੋਰ ਵਸਤੂਆਂ ਨਹੀਂ ਖਰੀਦ ਸਕਦੇ, ਕਿਉਂਕਿ ਉਸ ਸਿੱਕੇ ਉੱਪਰ ਸਰਕਾਰੀ ਮੋਹਰ ਨਹੀਂ ਹੁੰਦੀ। ਪ੍ਰਮਾਣਿਤ ਸਿੱਕਾ ਬਣਨ ਲਈ ਧਾਤ ਨੂੰ ਸਖਤ ਅਗਨੀ ਵਿੱਚ ਢਲਣ ਪਿੱਛੋਂ ਸਖਤ ਸੱਟਾਂ ਸਹਾਰਨੀਆਂ ਪੈਂਦੀਆਂ ਹਨ ਤੇ ਕਿਸੇ ਵਿਸ਼ੇਸ਼ ਸੰਚੇ ਵਿੱਚ ਪੈ ਕੇ ਸਰਕਾਰੀ ਮੋਹਰ ਵਾਲਾ ਆਪਣਾ ਨਵਾਂ ਰੂਪ ਧਾਰਨ ਕਰਨਾ ਪੈਂਦਾ ਹੈ। ਇਤਨੀਆਂ ਪ੍ਰੀਖਿਆਵਾਂ ਵਿੱਚੋਂ ਲੰਘਣ ਪਿੱਛੋਂ ਹੀ ਮਿੱਟੀ ਅਤੇ ਰੇਤ ਵਿੱਚ ਘੁਲੀ ਮਿਲੀ ਧਾਤ ਮਹੱਤਵਪੂਰਨ ਮੋਹਰ ਵਾਲਾ ਸਿੱਕਾ ਬਣਦੀ ਹੈ, ਜਿਸ ਨਾਲ ਸੰਸਾਰਕ ਵਿਹਾਰ ਚੱਲਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਪਵਿੱਤਰ ਬਾਣੀ ਵਿੱਚ ਟਕਸਾਲ ਦਾ ਜ਼ਿਕਰ ਕਰਦਿਆਂ ਉਚਾਰਨ ਕੀਤਾ ਹੈ ਕਿ ਘੜੀਆ ਸ਼ਬਦ ਸੱਚੀ ਟਕਸਾਲ। ਇਸ ਪੰਕਤੀ ਵਿੱਚ ਗੁਰੂ ਜੀ ਨੇ ਸਤ ਸੰਗਤ ਨੂੰ ਟਕਸਾਲ ਦਾ ਨਾਮ ਦਿੱਤਾ ਹੈ, ਜਿੱਥੇ ਉੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਘੜੇ ਜਾਂਦੇ ਹਨ। ਆਮ ਵਿਅਕਤੀ ਤੇ ਗੁਰਮੁਖਾਂ ਦਾ ਅੰਤਰ ਇੱਕ ਸਧਾਰਨ ਧਾਤ ਅਤੇ ਗੌਰਮਿੰਟੀ ਮੋਹਰ ਵਾਲੇ ਸਿੱਕੇ ਵਾਲਾ ਹੁੰਦਾ ਹੈ। ਅਕਾਲ ਪੁਰਖ ਵੱਲੋਂ ਪ੍ਰਵਾਨਿਤ ਟਕਸਾਲੀ ਵਿਅਕਤੀ
ਹਰਖ ਸੋਗ ਤੋਂ ਉੱਤੇ ਰੱਬੀ ਰਜਾ ਵਿੱਚ ਵਿਚਰਨ ਵਾਲੇ ਸੰਤ ਜਾਂ ਬ੍ਰਹਮ ਗਿਆਨੀ ਹੁੰਦੇ ਹਨ। ਉਹਨਾਂ ਨੂੰ ਇਸ ਮਰਤਬੇ ਤੱਕ ਪਹੁੰਚਣ ਲਈ ਸਤ ਸੰਗਤ ਵਿੱਚ ਜਾ ਕੇ ਆਪਣੇ ਆਪ ਨੂੰ ਰੱਬੀ ਰਜਾ ਵਿੱਚ ਢਾਲਣਾ ਪੈਂਦਾ ਹੈ। ਯਥਾ ਆਸਾ ਮਹੱਲਾ ਪੰਜਵਾਂ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ। ਸੰਤ ਹੈ ਰਹਿਤ ਸੁਨੋ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨਾ ਜਾਈ। ਰਹਾਉ ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਬਿਸਰਾਮ। ਮਿੱਤਰ ਸਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਕੋਟ ਕੋਟ ਅਗ ਕਾਟਨ ਹਾਰਾ, ਦੁਖ ਦੂਰ ਕਰਨ ਜੀਆ ਕੇ ਦਾਤਾਰਾ। ਸੂਰ ਬੀਰ ਬਚਨ ਕੇ ਬਲੀ, ਕੌਲਾ ਬਪੁਰੀ ਸੰਤੀ ਛਲੀ। ਤਾ ਕਾ ਸੰਗ ਬਾਛੇ ਸੁਰ ਦੇਵ, ਅਮੋਗ ਦਰਸ ਸਫਲ ਜਾ ਕੀ ਸੇਵ। ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤਹਿ ਟਹਿ ਦੀਜੈ ਗੁਣਤਾਸ। ਇੱਕੋ ਨਾਮ ਕੇ ਧਾਰੇ ਇਸ ਸੰਸਾਰ ਵਿੱਚ ਵਿਚਰਨ ਵਾਲੇ ਵਿਅਕਤੀ ਹੈਨ ਵਿਰਲੇ ਨਾਹੀ ਘਣੇ। ਫੈਲ ਫੱਕੜ ਸੰਸਾਰ ਦੇ ਮਹਾਵਾਕਾਂ ਅਨੁਸਾਰ ਵਿਰਲੇ ਹੀ ਹੁੰਦੇ ਹਨ। ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਮਿਹਰ ਹੋਣ ਕਰਕੇ ਟਕਸਾਲੀ ਮੋਹਰ ਲੱਗੀ ਹੋਵੇ, ਉਹਨਾਂ ਟਕਸਾਲੀ ਢਾਂਚੇ ਵਿੱਚ ਢਲ ਕੇ ਪ੍ਰਵਾਨ ਹੋਏ ਸੱਚਿਆਰਿਆਂ ਪਿਆਰਿਆਂ ਦੀ ਬੋਲੀ ਵਿੱਚ ਨਿਮਰਤਾ, ਪਿਆਰ, ਸ਼ੁਕਰਾਨਾ ਅਤੇ ਭਗਤੀ ਭਾਵ ਡੁੱਲ ਡੁੱਲ ਪੈਂਦਾ ਹੈ। ਕਿਉਂਕਿ ਉਹਨਾਂ ਦੇ ਸ਼ਬਦ ਸੱਚੇ ਟਕਸਾਲ ਵਿੱਚੋਂ ਘੜੇ ਹੁੰਦੇ ਹਨ ਅਤੇ ਪਰਮੇਸ਼ਰ ਤੋਂ ਬਿਨਾਂ ਕਿਸੇ ਦੀ ਕਾਨ ਨਹੀਂ ਰੱਖਦੇ। ਯਥਾ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ। ਜਾ ਕੋ ਪਾਖ ਸੁਆਮੀ। ਦਮਦਮੀ ਟਕਸਾਲ ਦਾ ਇਤਿਹਾਸਕ ਪਿਛੋਕੜ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਵਿੱਚ ਸਨ ਤਾਂ ਉਹਨਾਂ ਨੇ ਇੱਕ ਸਿੱਖ ਨੂੰ ਪਾਠ ਕਰਦਿਆਂ ਸੁਣਿਆ, ਜੋ ਬੜੀ ਲਗਨ ਨਾਲ ਪੜ ਰਿਹਾ ਸੀ। ਕਰਤੇ ਕੀ ਮਿਤ ਕਰਤਾ ਜਾਣੈ, ਕਿ ਜਾਣੈ ਗੁਰ ਸੂਰਾ। ਗੁਰੂ ਜੀ ਨੂੰ ਇਹ ਅਨਰਥ ਚੰਗਾ ਨਾ ਲੱਗਾ, ਕਿਉਂਕਿ ਤੁਕ ਦਾ ਅਸਲੀ ਪਾਠ ਸੀ ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ। ਇਹਨਾਂ ਦੋ ਪਾਠਾਂ ਦੇ ਅਰਥਾਂ ਵਿੱਚ ਬੜਾ ਅੰਤਰ ਹੈ। ਗੁਰੂ ਜੀ ਵੱਲੋਂ ਸ਼ੁੱਧੀ ਕਰਾਉਣ ਪਿੱਛੋਂ ਸਾਰੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਸੰਬੰਧੀ ਸਤਿਗੁਰੂ ਜੀ ਉਹਨਾਂ ਦੀ ਅਗਵਾਈ ਕਰਨ। ਗੁਰੂ ਜੀ ਨੇ ਸਮਾਂ ਆਉਣ ਤੇ ਇਸ ਸਬੰਧ ਵਿੱਚ ਸੰਗਤ ਦੀ ਇੱਛਾ ਪੂਰੀ ਕਰਨ ਦਾ ਭਰੋਸਾ ਦਵਾਇਆ। ਆਨੰਦਪੁਰ ਸਾਹਿਬ ਛੱਡਣ ਪਿੱਛੋਂ ਜਦੋਂ ਗੁਰੂ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਬਿਰਾਜਮਾਨ ਸਨ ਤਾਂ ਉਹਨਾਂ ਨੇ ਧੁਰ ਕੀ ਬਾਣੀ ਰਚਨ, ਸ਼ੁੱਧ ਪਾਠ ਅਤੇ ਅਰਥ ਕਰਾਉਣ ਦਾ ਸ਼ੁਭ ਕਾਰਜ ਪੂਰਾ ਕੀਤਾ। ਸ਼ਹੀਦ ਭਾਈ ਮਨੀ ਸਿੰਘ ਜੀ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੰਥਿਆ ਲੈਣ ਵਾਲੇ 48 ਸਿੰਘਾਂ ਵਿੱਚੋਂ ਸ਼੍ਰੋਮਣੀ ਵਿਦਵਾਨ ਸਨ। ਗੁਰੂ ਜੀ ਤੋਂ ਵਰੋਸਾਏ ਇਹਨਾਂ ਗੁਰਮੁਖ ਪਿਆਰਿਆਂ ਨੇ ਦਮਦਮੀ ਟਕਸਾਲ ਦਾ ਮੁੱਢ ਬੰਨਿਆ। ਬਾਬਾ ਦੀਪ ਸਿੰਘ ਜੀ ਦੀ ਟਕਸਾਲ ਵਿੱਚ ਸੰਤ ਗਿਆਨੀ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਹੋਏ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਇਸ ਲੜੀ ਵਿੱਚ 13ਵੇਂ ਸਥਾਨ ਤੇ ਸਨ, ਜਿਨ੍ਹਾਂ ਪਿੱਛੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਪੰਥ ਦੀ ਵਡਮੁੱਲੀ ਸੇਵਾ ਕਰਦਿਆਂ ਸ਼ਹੀਦੀ ਪਾਈ। ਜੋ ਟਕਸਾਲ ਭਾਈ ਮਨੀ ਸਿੰਘ ਜੀ ਵੱਲੋਂ ਚਲਾਈ ਗਈ, ਉਹ ਅੱਜ ਕੱਲ ਡੇਰਾ ਸੰਤ ਗਿਆਨੀ ਅਮੀਰ ਸਿੰਘ ਜੀ ਸੱਤੋ ਵਾਲੀ ਗਲੀ ਅੰਮ੍ਰਿਤਸਰ ਵਿੱਚ ਚੱਲ ਰਹੀ ਹੈ। ਦੋਵੇਂ ਦਮਦਮੀ ਟਕਸਾਲਾਂ ਇੱਕ ਪ੍ਰਕਾਰ ਦੀ ਧਾਰਮਿਕ ਯੂਨੀਵਰਸਿਟੀ ਜਾਂ ਮਹਾਵਿਦਿਆਲਾ ਹਨ, ਜਿੱਥੋਂ ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਅਤੇ ਸੰਪਰਦਾਇ ਅਰਥਾਂ ਬਾਰੇ ਰੌਸ਼ਨੀ ਵੰਡੀ ਜਾਂਦੀ ਹੈ।
ਮੌਜੂਦਾ ਸਮੇਂ ਦੇ ਕਥਾਵਾਚਕਾਂ ਅਤੇ ਗੁਰਬਾਣੀ ਦੇ ਸ਼ੁੱਧ ਪਾਠੀਆਂ ਵਿੱਚੋਂ 90% ਤੋਂ ਵੱਧ ਉਹ ਵਿਦਵਾਨ ਹਨ ਜਿਨ੍ਹਾਂ ਨੂੰ ਇਹ ਗਿਆਨ ਤੇ ਚਾਨਣ ਇਸ ਟਕਸਾਲ ਤੋਂ ਪ੍ਰਾਪਤ ਹੋਇਆ ਹੈ। ਹਥਲੀ ਪੁਸਤਕ ਦੇ ਲੇਖਕ ਗਿਆਨੀ ਪ੍ਰੀਤਮ ਸਿੰਘ ਜੀ ਖਾਲਸਾ ਨੇ ਦਮਦਮੀ ਟਕਸਾਲ ਵਿੱਚ 12.25 ਸਾਲ ਰਹਿ ਕੇ ਮਹਾਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਾਸੋਂ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦੇ ਸਮੇਂ ਵਿੱਚ ਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਥੇ ਵਿੱਚ ਆਏ ਅਤੇ ਮਹਾਪੁਰਸ਼ਾਂ ਪਾਸੋਂ ਧਾਰਮਿਕ ਵਿੱਦਿਆ ਦੇ ਨਾਲ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਗਿਆਨੀ ਪ੍ਰੀਤਮ ਸਿੰਘ ਜੀ ਖਾਲਸਾ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੂੰ ਬਹੁਤ ਨੇੜਿਓਂ ਹੋ ਕੇ ਤੱਕਿਆ, ਜਿਸ ਕਰਕੇ ਇਹ ਉਹਨਾਂ ਦੇ ਚੜ੍ਹਦੀ ਕਲਾ ਵਾਲੇ ਜੀਵਨ ਨੂੰ ਕਲਮਬੰਦ ਕਰਕੇ ਪ੍ਰਗਟਾਉਣ ਵਿੱਚ ਬਹੁਤ ਸਫਲ ਹੋਏ ਹਨ। ਸੁਣੀ ਤੇ ਵੇਖੀ ਗੱਲ ਵਿੱਚ ਬੜਾ ਅੰਤਰ ਹੁੰਦਾ ਹੈ। ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਦੇ ਸਿਧਾਂਤ ਅਨੁਸਾਰ ਗਿਆਨੀ ਪ੍ਰੀਤਮ ਸਿੰਘ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦਾ ਚੜ੍ਹਦੀ ਕਲਾ ਵਾਲਾ ਜੀਵਨ ਖੁਦ ਅੱਖੀਂ ਵੇਖਿਆ ਹੈ। ਇਸ ਪੁਸਤਕ ਨੂੰ ਲਿਖਣ ਸਮੇਂ ਗਿਆਨੀ ਜੀ ਨੇ ਜੋ ਢੰਗ ਤੇ ਲਿਖਣ ਸ਼ੈਲੀ ਵਰਤੀ ਹੈ, ਉਸ ਅਨੁਸਾਰ ਇਸ ਪੁਸਤਕ ਨੂੰ ਪੜ੍ਹਨ ਵਾਲੇ ਹਰ ਪਾਠਕ ਦੀ ਆਤਮਾ ਚੜ੍ਹਦੀ ਕਲਾ ਦੀ ਪੁਜਾਰਨ ਤੇ ਧਾਰਨੀ ਬਣੇ ਬਿਨਾ ਨਹੀਂ ਰਹਿ ਸਕਦੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਜੀਵਨ ਦੇ ਸੱਚ ਤੇ ਡਟਣ ਅਤੇ ਖਰੀ ਖਰੀ ਕਹਿਣ ਵਾਲੇ ਕਾਰਨਾਮੇ ਤੇ ਬੋਲ ਹਰ ਪਾਠਕ ਨੂੰ ਉਤਸ਼ਾਹ ਦੇਣ ਦੇ ਸੁੰਦਰ ਨਮੂਨੇ ਹਨ। ਕਿਸੇ ਵੱਡੇ ਤੋਂ ਵੱਡੇ ਵਿਅਕਤੀ ਵੱਲੋਂ ਕੀਤੇ ਜਾ ਰਹੇ ਗਲਤ ਕੰਮ ਵਿਰੁੱਧ ਆਵਾਜ਼ ਉਠਾ ਸਕਣ ਦੀ ਸ਼ਕਤੀ ਤੇ ਬਲ ਇਹ ਪੁਸਤਕ ਆਪਣੇ ਪਾਠਕਾਂ ਨੂੰ ਇਸ ਤਰ੍ਹਾਂ ਦੇਵੇਗੀ ਜਿਵੇਂ ਵੀਰ ਰਸੀ ਕਵਿਤਾ ਪੜ੍ਹ ਕੇ ਡੌਲਿਆਂ ਵਿੱਚ ਖੂਨ ਫਰਕਣ ਲੱਗਦਾ ਹੈ। ਮੈਂ ਗਿਆਨੀ ਪ੍ਰੀਤਮ ਸਿੰਘ ਜੀ ਖਾਲਸਾ ਨੂੰ ਉਹਨਾਂ ਦੇ ਇਸ ਸਫਲ ਯਤਨ ਤੇ ਵਧਾਈ ਦਿੰਦਾ ਹਾਂ ਅਤੇ ਸਰਬੱਤ ਗੁਰੂ ਨਾਨਕ ਨਾਮ ਲੇਵਾ ਗੁਰਮੁਖ ਜਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਪੁਸਤਕ ਨੂੰ ਜ਼ਰੂਰ ਪੜ੍ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਬਹਾਦਰੀ, ਦਲੇਰੀ ਅਤੇ ਚੜ੍ਹਦੀ ਕਲਾ ਦੇ ਜੀਵਨ ਪ੍ਰਗਟਾਉਣ ਲਈ ਗਿਆਨੀ ਪ੍ਰੀਤਮ ਸਿੰਘ ਜੀ ਵੱਲੋਂ ਲਿਖੀ ਇਹ ਪੁਸਤਕ ਇੱਕ ਵਧੀਆ ਯਤਨ ਤੇ ਉਪਰਾਲਾ ਹੈ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਗਿਆਨੀ ਪ੍ਰੀਤਮ ਸਿੰਘ ਜੀ ਖਾਲਸਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅਤੇ ਭੈ ਕਾਹੂ ਕਉ ਦੇਤ ਨਹਿ ਭੈ ਮਾਨਤ ਆਨ ਦੇ ਮਾਰਗ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨ। ਗੁਰੂ ਪੰਥ ਦਾ ਦਾਸ ਮੱਖਣ ਸਿੰਘ ਸੇਵਾ ਪੰਥੀ, ਡੇਰਾ ਸੰਤ ਅਮੀਰ ਸਿੰਘ, ਗਲੀ ਸੱਤੋਵਾਲੀ, ਅੰਮ੍ਰਿਤਸਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਪੁਸਤਕ ਬਾਰੇ ਕੁਝ ਸ਼ਬਦ। ਜਿੱਥੇ ਗੁਰਮਤ ਨੂੰ ਕਮਾਏ ਬਿਨਾ ਸਿੱਖ ਦਾ ਉਧਾਰ ਨਹੀਂ, ਉਥੇ ਇਹ ਵੀ ਸੱਚ ਹੈ ਕਿ ਗੁਰਮਤ ਵਿਦਿਆ ਨੂੰ ਪੜ੍ਹੇ ਤੋਂ ਬਿਨਾ ਗੁਰਮਤ ਨੂੰ ਸਮਝਣਾ ਤੇ ਕਮਾਉਣਾ ਮੁਸ਼ਕਿਲ ਹੈ। ਸ਼ਾਇਦ ਇਸੇ ਵਾਸਤੇ ਹੀ ਭਾਈ ਗੁਰਦਾਸ ਜੀ ਨੇ ਕਿਹਾ ਹੈ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਨ੍ਹਾਂ ਨੇ ਸ਼ਬਦ ਨੂੰ ਸਮਝਿਆ ਤੇ ਕਮਾਈ ਕੀਤੀ, ਉਹ ਵਿਅਕਤੀ ਵੀ ਸਤਿਕਾਰ ਦੇ ਪਾਤਰ ਹਨ। ਪਰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਗੁਰਮਤ ਵਿਦਿਆ ਦਾ ਪ੍ਰਚਾਰ ਕੀਤਾ ਹੈ, ਉਹ ਗੁਰਮੁਖ ਤਾਂ ਪੰਥ ਦੇ ਅਨਮੋਲ ਰਤਨ ਹਨ। ਸਿੱਖੀ ਦੇ ਪ੍ਰਚਾਰ ਵਿੱਚ ਦਮਦਮੀ ਟਕਸਾਲ ਨੇ ਜੋ ਯੋਗਦਾਨ ਪਾਇਆ ਹੈ, ਉਸ ਨੂੰ ਸਿੱਖ ਪੰਥ ਕਦੀ ਨਹੀਂ ਭੁੱਲ ਸਕਦਾ। ਇਸ ਟਕਸਾਲ ਦੇ ਮੁਖੀ ਸਿਮਰਨ ਸੇਵਾ ਵਿੱਚ ਹਮੇਸ਼ਾ ਲੀਨ ਰਹੇ ਹਨ। ਗੁਰਮਤ ਵਿਦਿਆ ਦਾ ਦੋਹਰਾ ਪ੍ਰਚਾਰ ਇਹਨਾਂ ਦੇ ਹਿੱਸੇ ਆਇਆ ਹੈ। ਇੱਕ ਤਾਂ ਵਿਦਿਆਰਥੀਆਂ ਨੂੰ ਸੰਥਿਆ ਅਤੇ ਨਾਲ ਹੀ ਸੰਗਤਾਂ ਵਿੱਚ ਸਿੱਖੀ ਦਾ ਪ੍ਰਚਾਰ, ਦੋਵੇਂ ਕੰਮ ਫਿਰ ਕੇ ਇਕੱਠੇ ਕਰਨੇ ਇਹਨਾਂ ਦੇ ਹਿੱਸੇ ਹੀ ਆਏ ਹਨ। ਟਕਸਾਲ ਦੇ ਮੁਖੀ ਹਮੇਸ਼ਾ ਕਥਨੀ ਤੇ ਕਰਨੀ ਦੇ ਸੂਰੇ ਰਹੇ ਹਨ। ਇੰਗਲੈਂਡ ਵਿੱਚ ਗੁਰਦੁਆਰਾ ਸਿੰਘ ਸਭਾ,
ਸਾਊਥ ਹਾਲ ਕਥਾ ਕਰਦਿਆਂ ਗਿਆਨੀ ਪ੍ਰੀਤਮ ਸਿੰਘ ਜੀ ਦੇ ਦਰਸ਼ਨ ਹੋਏ, ਜੋ ਇਸੇ ਦਮਦਮੀ ਟਕਸਾਲ ਦੇ ਵਿਦਿਆਰਥੀ ਅਤੇ ਲਿਖਾਰੀ ਹਨ। ਇਹਨਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਜੀਵਨ ਸੰਬੰਧੀ ਜੋ ਪੁਸਤਕ ਦਮਦਮੀ ਟਕਸਾਲ ਦੇ 13ਵੇਂ ਮੁਖੀ ਲਿਖੀ ਹੈ, ਦਾਸ ਨੂੰ ਵਿਖਾਈ। ਮੈਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਦਰਸ਼ਨ ਕੀਤੇ ਸਨ। ਉਹ ਮਹਾਨ ਪ੍ਰਭਾਵਸ਼ਾਲੀ ਉਪਦੇਸ਼ਕ ਸਨ। ਵਿਵੇਕ ਬੁੱਧ ਵਾਲੇ ਗੁਰਮਤਿ ਤੇ ਸ਼ਰਧਾ ਅਤੇ ਗੁਰੂ ਵਾਸਤੇ, ਗੁਰਸਿੱਖੀ ਵਾਸਤੇ ਉਹਨਾਂ ਦੇ ਮਨ ਵਿੱਚ ਬੜੀ ਤਾਂਘ ਸੀ। ਉਹ ਚਾਹੁੰਦੇ ਸਨ ਕਿ ਸਾਰਾ ਜਗਤ ਹੀ ਗੁਰੂ ਕਲਗੀਧਰ ਦੇ ਬਖਸ਼ੇ ਸਿੱਖੀ ਸਰੂਪ ਵਿੱਚ ਨਜ਼ਰ ਆਵੇ। ਆਪਣੀ ਸੇਵਾ ਕਾਲ ਵਿੱਚ ਜੋ ਉਹਨਾਂ ਜ਼ਿੰਮੇਵਾਰੀ ਨਿਭਾਈ, ਉਸ ਨੂੰ ਜਿਸ ਸੁਗੜਤਾ ਤੇ ਸੁਚੱਜਤਾ ਨਾਲ ਮਹਾਨ ਵਿਦਵਾਨ ਗਿਆਨੀ ਪ੍ਰੀਤਮ ਸਿੰਘ ਜੀ ਨੇ ਲਿਖਿਆ ਹੈ, ਇਹਨਾਂ ਨੂੰ ਇਸ ਦੀ ਇਹ ਅਤ ਵਡਿਆਈ ਸਤਿਗੁਰਾਂ ਨੇ ਦੇਣੀ ਸੀ। ਗਿਆਨੀ ਜੀ ਨੇ ਬਹੁਤ ਹਿੱਸਾ ਅੱਖੀਂ ਵੇਖਿਆ ਕਾਲ ਲਿਖਿਆ ਹੈ। ਹਾਰਦਿਕ ਅਰਦਾਸ ਹੈ ਕਿ ਸਤਿਗੁਰੂ ਗਿਆਨੀ ਜੀ ਨੂੰ ਹੋਰ ਸਮਰੱਥਾ ਦੇਣ, ਜਿੱਥੇ ਇਹ ਹੋਰ ਗੁਰਮਤਿ ਵਿਚਾਰਾਂ ਸੰਗਤਾਂ ਨੂੰ ਸੁਣਾਉਣ ਜਾਂ ਲਿਖਤੀ ਰੂਪ ਵਿੱਚ ਭੇਟ ਕਰਨ, ਉੱਥੇ ਦਮਦਮੀ ਟਕਸਾਲ ਦਾ ਸਾਰਾ ਇਤਿਹਾਸ ਕਲਮਬੰਦ ਕਰ ਸਕਣ। ਗੁਰੂ ਪੰਥ ਦਾ ਦਾਸ ਗਿਆਨੀ ਜਸਵੰਤ ਸਿੰਘ ਪਰਵਾਨਾ, ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਹੁਣ ਮਹਾਂਪੁਰਖਾਂ ਦੇ ਜੀਵਨ ਦੇ ਦਰਸ਼ਨ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾ ਕਾਂਡ, ਪਵਿੱਤਰ ਜਨਮ। ਮਹਾਂਪੁਰਖਾਂ ਦਾ ਪਵਿੱਤਰ ਜਨਮ ਕਿਸ ਤਰ੍ਹਾਂ ਹੋਇਆ, ਕਿੱਥੇ ਹੋਇਆ? ਸ੍ਰੀਮਾਨ 108 ਪੰਥ ਰਤਨ ਵਿਦਿਆ ਮਾਰਤੰਡ ਨਾਮ ਬਾਣੀ ਦੇ ਰਸੀਏ ਪੰਜ ਕਕਾਰਾਂ ਦੀ ਰਹਿਤ ਵਿੱਚ ਤਿਆਰ ਬਰ ਤਿਆਰ ਖਾਲਸੀ ਅਸੂਲਾਂ ਚ ਪਰਪੱਕ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦਾ ਪਵਿੱਤਰ ਜਨਮ ਅਸੂ ਸੁਦੀ ਪੰਚਮੀ ਸੰਮਤ 1999 ਬਿਕਰਮੀ ਮੁਤਾਬਕ ਸਨ 1932 ਈਸਵੀ 4 ਅਕਤੂਬਰ ਵਿੱਚ ਅੰਮ੍ਰਿਤ ਵੇਲੇ ਸ਼ੁਭ ਦਿਹਾੜੇ ਗੁਰੂ ਘਰ ਦੇ ਸ਼ਰਧਾਲੂ, ਖਾਲਸਾ ਪੰਥ ਦੇ ਮਹਾਨ ਸੇਵਕ, ਕੁਰਬਾਨੀ ਦੇ ਪੁੰਜ ਜਥੇਦਾਰ ਸਰਦਾਰ ਝੰਡਾ ਸਿੰਘ ਜੀ ਦੇ ਘਰ ਸਤਿਕਾਰਯੋਗ ਮਾਤਾ ਬੀਬੀ ਲਾਭ ਕੌਰ ਜੀ ਦੀ ਪਵਿੱਤਰ ਕੁੱਖੋਂ ਪਿੰਡ ਪੁਰਾਣੇ ਭੂਰੇ ਕੋਹਨਾ, ਜਿਸ ਨੂੰ ਅੱਜ ਕੱਲ੍ਹ ਆਖਿਆ ਜਾਂਦਾ ਹੈ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਵਿੱਚ ਹੋਇਆ, ਜੋ ਹੁਣ ਤਹਿਸੀਲ ਪੱਟੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ। ਇਹਨਾਂ ਦੇ ਪਿਤਾ ਜੀ ਕੱਟੜ ਅਕਾਲੀ, ਗੁਰਬਾਣੀ ਦੇ ਨਿਤਨੇਮੀ, ਬੜੇ ਉੱਚੇ ਜੀਵਨ ਵਾਲੇ, ਨਿਡਰ ਗੁਰਸਿੱਖ ਅਤੇ ਹਰ ਪੰਥਕ ਮੋਰਚੇ ਵਿੱਚ ਹਿੱਸਾ ਲੈਣ ਵਾਲੇ ਸਨ। ਬਾਬਾ ਜੀ ਦਾ ਪਰਿਵਾਰ। ਬਾਬਾ ਜੀ ਦੇ 6 ਸੁਪੁੱਤਰ ਅਤੇ 2 ਸੁਪੁੱਤਰੀਆਂ ਬੀਬੀ ਗੁਰਦਿਆਲ ਕੌਰ ਅਤੇ ਬੀਬੀ ਤਾਰ ਕੌਰ ਸਨ। ਭਾਈ ਬਹਾਲ ਸਿੰਘ, ਭਾਈ ਅਜਮੇਰ ਸਿੰਘ, ਸੰਤ ਗਿਆਨੀ ਕਰਤਾਰ ਸਿੰਘ ਜੀ, ਭਾਈ ਦੀਦਾਰ ਸਿੰਘ, ਭਾਈ ਜਗਤਾਰ ਸਿੰਘ ਜੀ ਤੇ ਭਾਈ ਬਲਕਾਰ ਸਿੰਘ ਜੀ। ਇਹ ਸੀ ਸਰਦਾਰ ਝੰਡਾ ਸਿੰਘ ਜੀ ਦਾ, ਬਾਬਾ ਜੀ ਦਾ ਇਹ ਪਰਿਵਾਰ ਸੀ। ਹੁਣ ਆਪਾਂ ਮਹਾਂਪੁਰਖਾਂ ਦਾ ਜਨਮ ਸੰਸਕਾਰ ਪੜ੍ਹਨ ਲੱਗੇ ਹਾਂ। ਜਨਮ ਸੰਸਕਾਰ। ਜਨਮ ਉਪਰੰਤ ਉਸੇ ਦਿਨ ਇਸ਼ਨਾਨ ਕਰਵਾ ਕੇ ਘਰ ਦੀਆਂ ਸਿਆਣੀਆਂ ਬੀਬੀਆਂ ਨੇ ਪਿੰਡ ਦੇ ਮਹਾਨ ਸ੍ਰੀ ਅਖੰਡ ਪਾਠੀ ਅੰਮ੍ਰਿਤ ਧਾਰੀ ਤਿਆਰ ਬਰ ਤਿਆਰ ਸਿੰਘ ਸਤਿਕਾਰਯੋਗ ਬਾਬਾ ਬੱਗਾ ਸਿੰਘ ਜੀ ਨੂੰ ਘਰ ਬੁਲਾਇਆ। ਬਾਬਾ ਬੱਗਾ ਸਿੰਘ ਜੀ ਨੇ ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾ ਕੇ ਜਪਜੀ ਸਾਹਿਬ ਦਾ ਪਾਠ ਬੜੀ ਇਕਾਗਰਤਾ ਤੇ ਰਸ ਨਾਲ ਕੀਤਾ। ਅੰਮ੍ਰਿਤ ਤਿਆਰ ਕਰਕੇ ਅਰਦਾਸ ਕੀਤੀ। ਉਪਰੰਤ ਪਹਿਲਾਂ ਸੁੰਦਰ ਬਾਲਕ ਦੇ ਮੁਖ, ਸੀਸ ਤੇ ਨੇਤਰਾਂ ਵਿੱਚ 5-5 ਬੂੰਦਾਂ ਅੰਮ੍ਰਿਤ ਦੀਆਂ ਪਾਈਆਂ। ਬਾਕੀ ਦਾ ਅੰਮ੍ਰਿਤ ਮਾਤਾ ਜੀ ਨੂੰ ਪਿਲਾ ਦਿੱਤਾ। ਇਸ ਤਰ੍ਹਾਂ ਗੁਰਮਤਿ ਅਨੁਸਾਰ ਜਨਮ ਸੰਸਕਾਰ ਕੀਤਾ।
ਕੜਾਹ ਪ੍ਰਸਾਦ ਦੀ ਦੇਗ ਵਰਤਾਈ। ਸਤਿਕਾਰਯੋਗ ਸਾਧ ਸੰਗਤ ਜੀਓ, ਆਓ ਹੁਣ ਅਸੀਂ ਪੜ੍ਹੀਏ ਕਿ ਮਹਾਂਪੁਰਖਾਂ ਦਾ ਨਾਮ ਕਿਵੇਂ ਰੱਖਿਆ ਗਿਆ। ਨਾਮ ਸੰਸਕਾਰ। ਜਦ ਬਾਲਕ ਕੁਝ ਦਿਨਾਂ ਦਾ ਹੋਇਆ ਤੇ ਮਾਤਾ ਜੀ ਦੀ ਸਿਹਤ ਚੱਲਣ ਫਿਰਨ ਦੇ ਯੋਗ ਹੋ ਗਈ ਤਾਂ ਮਾਤਾ ਜੀ ਨੇ ਆਪ ਇਸ਼ਨਾਨ ਕੀਤਾ ਤੇ ਬੱਚੇ ਦਾ ਵੀ ਇਸ਼ਨਾਨ ਕਰਵਾਇਆ। ਬੜੇ ਪਿਆਰ ਨਾਲ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਗਏ। ਕੜਾਹ ਪ੍ਰਸਾਦ ਦੀ ਦੇਗ ਤਿਆਰ ਸੀ। ਬਾਬਾ ਬੱਗਾ ਸਿੰਘ ਜੀ ਨੇ ਨਾਮ ਸੰਸਕਾਰ ਦੀ ਅਰਦਾਸ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੇਠ ਲਿਖਿਆ ਸ੍ਰੀ ਮੁਖਵਾਕ ਆਇਆ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕਉ ਸੁਭ ਰਸਨਾ, ਦੀਜੈ ਪ੍ਰਾਨ ਅਕੋਰ, ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ, ਇਆ ਰਸ ਮਹਿ ਮਗਨ ਹੋਤ ਕਿਰਪਾ ਤੇ, ਮਹਾ ਬਿਖਿਆ ਤੇ ਤੋਰ, ਆਇਓ ਸਰਣ ਦੀਨ ਦੁਖ ਭੰਜਨ, ਚਿਤਵਾਉ ਤੁਮਰੀ ਔਰ, ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ, ਆਇਓ ਸਰਣ ਦੀਨ ਦੁਖ ਭੰਜਨ, ਚਿਤਵਾਉ ਤੁਮਰੀ ਔਰ, ਅਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਉਪਰੋਕਤ ਸ੍ਰੀ ਮੁਖਵਾਕ ਦੇ ਪਹਿਲੇ ਅੱਖਰ ਤੋਂ ਨਾਮ ਕਰਤਾਰ ਸਿੰਘ ਰੱਖਿਆ ਗਿਆ। ਜੈਕਾਰੇ ਰਾਹੀਂ ਸੰਗਤ ਪਾਸੋਂ ਪ੍ਰਵਾਨਗੀ ਲਈ ਗਈ। ਕੜਾਹ ਪ੍ਰਸਾਦ ਵਰਤਾਇਆ ਗਿਆ। ਪਰਿਵਾਰ ਵਿੱਚ ਤੇ ਸੰਗਤ ਵਿੱਚ ਮਹਾਨ ਖੁਸ਼ੀ ਹੋਈ। ਮਾਤਾ ਜੀ ਨੇ ਬੜੇ ਪਿਆਰ ਨਾਲ ਹੋਣਹਾਰ ਸੁਪੁੱਤਰ ਦੀ ਪਾਲਣਾ ਕੀਤੀ। ਮੁੱਢਲੀ ਵਿਦਿਆ ਪਿੰਡ ਦੇ ਹੀ ਬਜ਼ੁਰਗ ਬਾਬਾ ਬੱਗਾ ਸਿੰਘ ਜੀ ਪਾਸੋਂ ਹੋਣਹਾਰ ਸੁਪੁੱਤਰ ਕਰਤਾਰ ਸਿੰਘ ਨੇ ਆਪਣੇ ਛੋਟੇ ਭਰਾ ਭਾਈ ਦੀਦਾਰ ਸਿੰਘ ਤੇ ਗ੍ਰੰਥੀ ਭਾਈ ਗੁਰਦੇਵ ਸਿੰਘ ਜੀ ਸਮੇਤ ਪੜ੍ਹਨਾ ਸ਼ੁਰੂ ਕੀਤਾ। ਤੀਖਣ ਬੁੱਧੀ ਹੋਣ ਕਰਕੇ ਛੇਤੀ ਹੀ ਗੁਰਮੁਖੀ ਅੱਖਰ ਪੜ੍ਹਨ ਲੱਗ ਪਏ। ਬਾਬਾ ਝੰਡਾ ਸਿੰਘ ਜੀ ਦੀ ਤੀਬਰ ਇੱਛਾ ਸੀ ਕਿ ਸਾਰਾ ਪਰਿਵਾਰ ਅੰਮ੍ਰਿਤ ਧਾਰੀ ਤਿਆਰ ਬਰ ਤਿਆਰ ਅਤੇ ਰਹਿਤ ਵਿੱਚ ਪਰਪੱਕ ਹੋਵੇ। ਇਸ ਕਰਕੇ ਗਿਆਨੀ ਕਰਤਾਰ ਸਿੰਘ ਜੀ ਪਾਸੋਂ ਗੁਰੂ ਪੰਥ ਦੇ ਅਣਖੀਲੇ ਯੋਧਿਆਂ, ਸੂਰਬੀਰ ਬਹਾਦਰ ਸਿੰਘਾਂ, ਸ਼ਹੀਦਾਂ ਦੇ ਪ੍ਰਸੰਗ, ਚਾਹੋ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੰਮਣ ਤੇ ਮੂਸਣ ਜੀ, ਭਾਈ ਸੁਬੇਗ ਸਿੰਘ ਤੇ ਸ਼ਾਹਬਾਜ ਸਿੰਘ ਜੀ, ਭਾਈ ਬਿਧੀ ਚੰਦ ਜੀ, ਭਾਈ ਮਹਾ ਸਿੰਘ ਜੀ ਆਦਿ ਸ਼ਹੀਦਾਂ ਦੇ ਪ੍ਰਸੰਗ ਰਾਤ ਨੂੰ ਸਾਰਾ ਪਰਿਵਾਰ ਇਕੱਠਾ ਹੋ ਕੇ ਸੁਣਿਆ ਕਰਦੇ ਸਨ, ਜਿਸ ਦੇ ਕਾਰਨ ਇਹਨਾਂ ਦੇ ਮਨ ਵਿੱਚ ਗੁਰਸਿੱਖੀ ਲਈ ਤੜਪ ਤੇ ਵੈਰਾਗ ਪੈਦਾ ਹੋ ਗਿਆ। ਗੁਰੂ ਮਹਾਰਾਜ ਜੀ ਦੀ ਮਿਹਰ ਦਾ ਸਦਕਾ ਛੇਤੀ ਹੀ ਇਹਨਾਂ ਨੂੰ 5 ਬਾਣੀਆਂ ਕੰਠ ਹੋ ਗਈਆਂ। ਨਾਲ ਨਾਲ ਸਕੂਲੀ ਵਿੱਦਿਆ ਵੀ ਪੜ੍ਹਨੀ ਸ਼ੁਰੂ ਕਰ ਦਿੱਤੀ। ਲਾਗੇ ਹੀ ਛੋਟਾ ਕਸਬਾ ਸ਼ਹਿਰ ਖੇਮਕਰਨ ਹੈ, ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦਗਾਰ ਗੁਰਦੁਆਰਾ ਥੰਮ ਸਾਹਿਬ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਗੁਰਦੁਆਰਾ ਗੁਰੂਸਰ ਹੈ, ਜਿੱਥੇ 9ਵੇਂ ਪਾਤਸ਼ਾਹ ਜੀ ਦਾ ਇੱਕ ਸਿੱਖ ਬਾਬਾ ਧਿੰਗਾਣਾ ਰਹਿੰਦਾ ਹੁੰਦਾ ਸੀ, ਜੋ ਚਿਰ ਦਾ ਗੁਰੂ ਜੀ ਦੇ ਦਰਸ਼ਨਾਂ ਦਾ ਪਿਆਸਾ ਸੀ। ਬਾਬਾ ਧਿੰਗਾਣਾ ਜੀ ਨੂੰ ਗੁਰੂ ਮਹਾਰਾਜ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ। ਇਸ ਕਸਬੇ ਵਿੱਚ ਸਰਕਾਰੀ ਮਿਡਲ ਸਕੂਲ ਵਿੱਚੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ। 9ਵੀਂ 10ਵੀਂ ਇੱਕੋ ਸਾਲ ਵਿੱਚ ਨੈਸ਼ਨਲ ਹਾਈ ਸਕੂਲ ਭਿੱਖੀਵਿੰਡ ਤੋਂ ਅਤੇ FA ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ। ਕਾਲਜ ਦੀ ਪੜ੍ਹਾਈ ਤੋਂ ਬਾਅਦ ਆਪ ਵਾਧੂ ਸਮਾਂ ਸ੍ਰੀ ਦਰਬਾਰ ਸਾਹਿਬ ਆ ਕੇ ਮਨ ਇਕਾਗਰ ਕਰਕੇ ਕੀਰਤਨ ਸੁਣਦੇ ਹੁੰਦੇ ਸਨ। ਗੁਰੂ ਖਾਲਸਾ ਜੀ ਮਹਾਂਪੁਰਖਾਂ ਨੇ ਅੰਮ੍ਰਿਤ ਕਿਵੇਂ ਛਕਿਆ? ਅੰਮ੍ਰਿਤ ਛਕਣਾ 16 ਸਾਲ ਦੀ ਉਮਰ ਵਿੱਚ FA ਚੰਗੇ ਨੰਬਰਾਂ ਵਿੱਚ ਪਾਸ ਕਰਕੇ ਪਿੰਡ ਗਏ। ਉਧਰੋਂ ਖਾਲਸਾ ਜੀ ਦੀ ਸਕੀ ਭੂਆ ਦੇ ਪੁੱਤਰ ਉਜਾਗਰ ਸਿੰਘ ਜੀ ਆਪਣੇ ਪਿੰਡ ਤੋਂ ਭਿੰਡਰੀ ਜੋੜ ਮੇਲੇ ਤੇ ਜਾਣ ਵਾਸਤੇ 5-7 ਸਿੰਘਾਂ ਸਮੇਤ ਪਿੰਡ ਭੂਰੇ ਪੁੱਜੇ। ਕਿਉਂਕਿ ਭਗਤ ਉਜਾਗਰ ਸਿੰਘ ਜੀ ਮਹਾਨ ਸਿਮਰਨ ਕਰਨ ਵਾਲੇ
ਉੱਚੀ ਅਵਸਥਾ ਵਾਲੇ ਨਿਤਨੇਮੀ ਤਿਆਰ ਬਰ ਤਿਆਰ ਰਹਿਣ ਵਾਲੇ ਚੰਗੇ ਨਾਮ ਅਭਿਆਸੀ ਸਨ। ਇਸ ਲਈ ਉਹਨਾਂ ਦਾ ਭਿੰਡਰਾਂ ਵਾਲੇ ਮਹਾਂਪੁਰਖਾਂ ਨਾਲ ਬਹੁਤ ਪਿਆਰ ਸੀ। ਕਰਤਾਰ ਸਿੰਘ ਜੀ ਨੇ ਜਦੋਂ ਭਿੰਡਰਾਂ ਵਾਲੇ ਸੰਤਾਂ ਦਾ ਨਾਮ ਸੁਣਿਆ ਤਾਂ ਮਨ ਵਿੱਚ ਰਸ ਜਿਹਾ ਆ ਗਿਆ। ਦਰਸ਼ਨ ਕਰਨ ਦੀ ਤੜਪ ਲੱਗੀ। ਮਾਤਾ ਪਿਤਾ ਦੀ ਆਗਿਆ ਲੈ ਕੇ ਅੱਧਾ ਕੁ ਪਰਿਵਾਰ ਭਗਤ ਉਜਾਗਰ ਸਿੰਘ ਜੀ ਹੋਰ ਕਈ ਸ਼ਰਧਾਲੂਆਂ ਅਤੇ ਪ੍ਰੇਮੀਆਂ ਦੇ ਨਾਲ 1948 ਭਾਦਰੋਂ ਦੇ ਜੋੜ ਮੇਲੇ ਵਿੱਚ ਸ਼ਾਮਿਲ ਹੋਣ ਲਈ ਪਿੰਡ ਭਿੰਡਰਾਂ ਕਲਾਂ ਵਿਖੇ ਪੁੱਜੇ, ਜਿੱਥੇ ਸਾਲਾਨਾ ਜੋੜ ਮੇਲਾ 25, 26, 27 ਭਾਦਰੋਂ ਨੂੰ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਬਾਬਾ ਖਜ਼ਾਨ ਸਿੰਘ ਜੀ ਦੀ ਯਾਦ ਵਿੱਚ ਹੁੰਦਾ ਹੈ। ਗੁਰਦੁਆਰਾ ਸਾਹਿਬ ਨਮਸਕਾਰ ਕਰਨ ਉਪਰੰਤ ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਹਿਲੇ ਦਰਸ਼ਨ ਕੀਤੇ। ਦੋ ਹੱਥ ਜੋੜ ਕੇ ਸੀਸ ਝੁਕਾਏ ਅਤੇ ਸਾਰੇ ਸਿੰਘਾਂ ਨੇ ਗੁਰ ਫਤਿਹ ਬੁਲਾਈ। ਸੰਤ ਜੀ ਕਿਸੇ ਨੂੰ ਚਰਨੀ ਹੱਥ ਨਹੀਂ ਲਾਉਣ ਦਿੰਦੇ ਸਨ। ਜਦੋਂ ਭੁਜੰਗੀ ਕਰਤਾਰ ਸਿੰਘ ਜੀ ਚਰਨਾਂ ਤੇ ਸੀਸ ਝੁਕਾਉਣ ਲੱਗੇ ਤਾਂ ਸੰਤਾਂ ਨੇ ਪਿਆਰ ਨਾਲ ਸੱਜੀ ਬਾਂਹ ਫੜ ਕੇ ਕਿਹਾ, ਪ੍ਰੇਮੀਆਂ, ਕਿਸੇ ਵੱਡੇ ਤੋਂ ਵੱਡੇ ਦੇ ਵੀ ਪੈਰੀਂ ਹੱਥ ਨਹੀਂ ਲਾਈਦਾ, ਗੁਰੂ ਕੀ ਫਤਿਹ ਬੁਲਾਈ ਦੀ ਹੈ। ਸੰਤਾਂ ਨੇ ਪੁੱਛਿਆ, ਭਗਤ ਜੀ, ਇਹ ਭੁਜੰਗੀ ਤੁਹਾਡੇ ਪਿੰਡ ਤੋਂ ਹੈ? ਉੱਤਰ ਵਿੱਚ ਭਗਤ ਉਜਾਗਰ ਸਿੰਘ ਜੀ ਕਹਿਣ ਲੱਗੇ, ਮਹਾਂਪੁਰਖੋ, ਇਹ ਭੁਜੰਗੀ ਪਿੰਡ ਭੂਰੇ ਕੋਹਨੇ ਤੋਂ ਦਾਸ ਦੇ ਮਾਮੇ ਬਾਬਾ ਝੰਡਾ ਸਿੰਘ ਦਾ ਸੁਪੁੱਤਰ ਹੈ। ਇਹ ਸੁਣਦਿਆਂ ਮਹਾਂਪੁਰਖਾਂ ਜਿਸ ਅਗੰਮੀ ਦ੍ਰਿਸ਼ਟੀ ਨਾਲ ਕਰਤਾਰ ਸਿੰਘ ਵੱਲ ਤੱਕਿਆ, ਉਹ ਮਿਲਾਪ ਬੜਾ ਅਚਰਜ ਸੀ। ਭਗਤ ਜੀ ਨੇ ਦੱਸਿਆ ਕਿ ਉਹਨਾਂ ਦੇ ਨਾਲ ਇਸ ਭੁਜੰਗੀ ਸਮੇਤ ਹੋਰ ਵੀ ਪ੍ਰੇਮੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਵਾਸਤੇ ਆਏ ਹਨ। ਮਹਾਂਪੁਰਖਾਂ ਨੇ ਆਪ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਜੋੜ ਮੇਲੇ ਤੇ ਸੈਂਕੜੇ ਪ੍ਰੇਮੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ, ਜਿਨ੍ਹਾਂ ਵਿੱਚ ਭੁਜੰਗੀ ਕਰਤਾਰ ਸਿੰਘ ਜੀ ਨੇ ਵੀ ਅੰਮ੍ਰਿਤ ਛਕਿਆ। ਭਾਵੇਂ ਭੁਜੰਗੀ ਕਰਤਾਰ ਸਿੰਘ ਜੀ ਪਹਿਲਾਂ ਵੀ ਗੁਰਬਾਣੀ ਦਾ ਪਾਠ ਕਰਦੇ ਹੁੰਦੇ ਸਨ, ਪਰ ਉਸ ਦਿਨ ਤੋਂ ਨਿਯਮ ਨਾਲ 5 ਬਾਣੀਆਂ ਦਾ ਪਾਠ ਕਰਨ ਲੱਗ ਪਏ। 3-4 ਦਿਨ ਮਹਾਂਪੁਰਖਾਂ ਦੀ ਸੇਵਾ, ਲੰਗਰ ਦੀ ਸੇਵਾ ਤੇ ਸੰਗਤ ਦੀ ਸੇਵਾ ਕੀਤੀ। ਚਿੱਤ ਨਹੀਂ ਸੀ ਕਰਦਾ ਕਿ ਸੰਗਤ ਦਾ ਰਸ ਛੱਡਿਆ ਜਾਏ, ਪਰ ਪਿਤਾ ਜੀ ਦੀ ਆਗਿਆ ਅਨੁਸਾਰ ਵਾਪਸ ਪਿੰਡ ਭੂਰੇ ਆ ਗਏ। ਬੰਸ ਸੱਜਰਾ। ਜਥੇਦਾਰ ਬਾਬਾ ਝੰਡਾ ਸਿੰਘ ਜੀ ਦੇ ਪਰਿਵਾਰ ਦਾ ਸੱਜਰਾ ਬਾਬਾ ਆਸਾ ਸਿੰਘ ਜੀ, ਬਾਬਾ ਅਮਰ ਸਿੰਘ ਜੀ, ਬਾਬਾ ਵਧਾਵਾ ਸਿੰਘ ਜੀ। ਬਾਬਾ ਆਸਾ ਸਿੰਘ ਜੀ ਤੋਂ ਸਰਦਾਰ ਬੂਟਾ ਸਿੰਘ ਜੀ ਤੇ ਜਥੇਦਾਰ ਝੰਡਾ ਸਿੰਘ ਜੀ। ਬਾਬਾ ਅਮਰ ਸਿੰਘ ਜੀ ਤੋਂ ਸਰਦਾਰ ਪਾਲ ਸਿੰਘ ਜੀ। ਬਾਬਾ ਵਧਾਵਾ ਸਿੰਘ ਜੀ ਤੋਂ ਸਰਦਾਰ ਜਗਤ ਸਿੰਘ ਜੀ। ਸਰਦਾਰ ਪਾਲ ਸਿੰਘ, ਜਿਨ੍ਹਾਂ ਦੇ ਪਿਤਾ ਬਾਬਾ ਅਮਰ ਸਿੰਘ ਜੀ ਹਨ, ਇਹਨਾਂ ਤੋਂ ਅੱਗੇ ਸਰਦਾਰ ਹਰਨਾਮ ਸਿੰਘ ਜੀ। ਉਹਨਾਂ ਤੋਂ ਅੱਗੇ ਭਾਈ ਗੁਰਮੁਖ ਸਿੰਘ ਜੀ ਗੜਵਈ। ਸਰਦਾਰ ਜਗਤ ਸਿੰਘ ਜੀ, ਜਿਨ੍ਹਾਂ ਦੇ ਪਿਤਾ ਬਾਬਾ ਵਧਾਵਾ ਸਿੰਘ ਜੀ ਹਨ, ਉਹਨਾਂ ਤੋਂ ਅੱਗੇ ਸਰਦਾਰ ਸ਼ਿੰਗਾਰਾ ਸਿੰਘ ਜੀ, ਸਰਦਾਰ ਜੋਹਲ ਸਿੰਘ ਜੀ ਤੇ ਸਰਦਾਰ ਬਲਵੰਤ ਸਿੰਘ ਜੀ। ਇਹ ਸਰਦਾਰ ਜਗਤ ਸਿੰਘ ਜੀ ਤੋਂ ਅੱਗੇ ਸਨ। ਇਧਰੋਂ ਹੁਣ ਜਥੇਦਾਰ ਬਾਬਾ ਝੰਡਾ ਸਿੰਘ ਜੀ ਦੇ ਪਰਿਵਾਰ ਬਾਰੇ ਵਿਚਾਰ ਕਰੀਏ। ਜਥੇਦਾਰ ਬਾਬਾ ਝੰਡਾ ਸਿੰਘ ਜੀ ਤੋਂ ਅੱਗੇ ਭਾਈ ਬਹਾਲ ਸਿੰਘ ਜੀ, ਭਾਈ ਅਜਮੇਰ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਭਾਈ ਦੀਦਾਰ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਭਾਈ ਬਲਕਾਰ ਸਿੰਘ ਜੀ, ਬੀਬੀ ਗੁਰਦਿਆਲ ਕੌਰ ਜੀ, ਬੀਬੀ ਤਾਰ ਕੌਰ ਜੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਤੋਂ ਅੱਗੇ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਅਤੇ ਭਾਈ ਮਨਜੀਤ ਸਿੰਘ ਜੀ। ਮਹਾਂਪੁਰਖਾਂ ਦੇ ਪਰਿਵਾਰ ਦੇ ਵਿੱਚ ਜੋ ਸੰਗਤ ਦਾ ਮਾਹੌਲ ਸੀ, ਉਸ ਬਾਰੇ ਅਸੀਂ ਪੜਾਂਗੇ। ਪਰਿਵਾਰਕ ਸਤਸੰਗ। ਭਿੰਡਰਾਂ ਦੇ ਜੋੜ ਮੇਲੇ ਤੋਂ ਵਾਪਸ ਆ ਕੇ ਕਰਤਾਰ ਸਿੰਘ ਜੀ ਦੇ ਮਨ ਵਿੱਚ ਬਹੁਤ ਵੈਰਾਗ ਰਹਿਣ ਲੱਗਾ। ਉਪਰੋਕਤ ਪਰਿਵਾਰ ਵਿੱਚ
ਸਿਮਰਨ ਭਜਨ ਨਿਤਨੇਮ ਗੁਰ ਇਤਿਹਾਸ ਸੁਣਨ ਸੁਣਾਉਣ ਵਿੱਚ ਮਨ ਮਸਤ ਰਹੇ। ਮਾਤਾ ਪਿਤਾ ਅੱਗੇ ਪੜ੍ਹਾਈ ਕਰਾਉਣਾ ਚਾਹੁੰਦੇ ਸਨ ਤੇ ਕਹਿੰਦੇ ਵੀ ਸਨ, ਪਰ ਕਰਤਾਰ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ, ਚਿੱਤ ਬ੍ਰਹਮ ਗਿਆਨ ਦੀ ਵਿੱਦਿਆ ਪੜ੍ਹਨ ਨੂੰ ਕਰਦਾ ਹੈ, ਦੁਨਿਆਵੀ ਵਿੱਦਿਆ ਨੇ ਅੱਗਾ ਨਹੀਂ ਸਵਾਰਨਾ। ਭੁਜੰਗੀ ਕਰਤਾਰ ਸਿੰਘ ਜੀ ਦੀ ਧਰਮ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਸ਼ਰਧਾ ਨੂੰ ਮੁੱਖ ਰੱਖ ਕੇ ਬਾਬਾ ਝੰਡਾ ਸਿੰਘ ਜੀ ਨੇ ਆਪਣੇ ਵੱਡੇ ਭਰਾ ਪਾਲ ਸਿੰਘ ਜੀ ਅਤੇ ਛੋਟੇ ਭਰਾ ਜਗਤ ਸਿੰਘ ਜੀ ਨਾਲ ਸਲਾਹ ਕਰਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਆਪਣੇ ਪਿੰਡ ਭੂਰੇ ਜਥੇ ਸਮੇਤ ਦਰਸ਼ਨ ਦੇਣ ਦੀ ਬੇਨਤੀ ਕੀਤੀ। ਮਹਾਂਪੁਰਖਾਂ ਨੇ ਇਸ ਸੱਦੇ ਨੂੰ ਪ੍ਰਵਾਨ ਕਰਕੇ ਪਿੰਡ ਭੂਰੇ ਆਉਣ ਦਾ ਪ੍ਰੋਗਰਾਮ ਬਣਾ ਲਿਆ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤੋਂ ਪਹਿਲਾਂ ਵੀ ਇਸ ਪਿੰਡ ਵਿੱਚ ਕਥਨੀ ਤੇ ਕਰਨੀ ਦੇ ਮਹਾਤਮਾ ਹੋਏ ਹਨ। ਜਿਸ ਤਰ੍ਹਾਂ ਹਰਿਦੁਆਰ ਜਾਓ, ਉੱਥੇ ਪੰਡਿਤ ਕਮਲਦਾਸ ਜੀ ਦੀ ਕੁਟੀਆ ਹੈ, ਉਹ ਇਸੇ ਪਿੰਡ ਭੂਰਿਆਂ ਦੇ ਜੰਪਲ ਸਨ। ਭਾਵੇਂ ਨੇਤਰਾਂ ਨਹੀਂ ਸਨ, ਫਿਰ ਵੀ 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ ਦੇ ਗਿਆਤੇ ਸਨ। ਹੋਰ ਕਰਨਦਾਸ ਉਦਾਸੀ ਮਹਾਤਮਾ ਵੀ ਇਸ ਪਿੰਡ ਦੇ ਹੀ ਸਨ। ਭਾਵੇਂ ਇਹ ਵੀ ਨੇਤਰਾਂ ਤੋਂ ਬਿਨਾਂ ਸਨ, ਪਰ ਉਹਨਾਂ ਦਾ ਲਿਖਿਆ ਗ੍ਰੰਥ ਆਤਮ ਬਿਲਾਸ ਬ੍ਰਹਮ ਬੂਟਾ ਅਖਾੜਾ ਸ੍ਰੀ ਅੰਮ੍ਰਿਤਸਰ ਵਿੱਚ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਖਾਨਦਾਨ ਵਿੱਚ ਵੀ ਬਾਬਾ ਵਧਾਵਾ ਸਿੰਘ ਜੀ ਨਾਮ ਬਾਣੀ ਦੇ ਰਸੀਏ ਹੋਏ ਹਨ, ਜਿਨ੍ਹਾਂ ਏਮਨਾਬਾਦ ਗੁਰਦੁਆਰੇ ਦੀ ਸੇਵਾ ਕਰਾਈ। ਇਸੇ ਹੀ ਪਿੰਡ ਦੇ ਬਾਬਾ ਦਿਆਲ ਦਾਸ ਜੀ ਉਦਾਸੀ ਰਾਮਗੜੀਆ ਪਰਿਵਾਰ ਵਿੱਚੋਂ ਸਨ। ਇਸੇ ਪਿੰਡ ਵਿੱਚ ਸੰਤ ਗੁਲਾਬ ਦਾਸ ਉਦਾਸੀ ਦਾ ਡੇਰਾ ਹੈ। ਇਸੇ ਹੀ ਪਿੰਡ ਵਿੱਚ ਨਾਮ ਬਾਣੀ ਦੇ ਪੱਕੇ ਅੰਮ੍ਰਿਤਧਾਰੀ ਮਹਾਂਪੁਰਖ ਸੰਤ ਸੁਰਜਨ ਸਿੰਘ ਜੀ ਹੋਏ ਹਨ, ਜਿਨ੍ਹਾਂ ਆਪਣੇ ਹੱਥਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ, ਜਿਸ ਦੇ ਪਿੰਡ ਦੇ ਗੁਰੂ ਦਰਬਾਰ ਵਿੱਚ ਦਰਸ਼ਨ ਹੁੰਦੇ ਹਨ। ਸੰਤ ਭਿੰਡਰਾਂ ਵਾਲਿਆਂ ਦਾ ਪਿੰਡ ਭੂਰੇ ਆਉਣਾ। ਤਿੰਨਾਂ ਭਰਾਵਾਂ ਦੀ ਬੇਨਤੀ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 10 ਦਿਨ ਪਿੰਡ ਭੂਰੇ ਵਿੱਚ ਠਹਿਰਨ ਦਾ ਪ੍ਰੋਗਰਾਮ ਬਣਾਇਆ। ਕੀਰਤਨ ਕਥਾ ਦਾ ਪ੍ਰਵਾਹ ਚੱਲਿਆ। ਸਾਰਾ ਨਗਰ ਅਤੇ ਨੇੜੇ ਦੇ ਨਗਰਾਂ ਵਾਲੇ ਲੋਕ ਕਥਾ ਕੀਰਤਨ ਸੁਣਦੇ ਤੇ ਨਾਲ ਹੀ ਅਚਰਜ ਵੀ ਸਨ ਕਿ ਇਹ ਤਿੰਨੇ ਪਰਿਵਾਰ ਖੇਤੀ ਦੀ ਕਿਰਤ ਕਰਕੇ ਮਸਾਂ ਘਰਾਂ ਦਾ ਹੀ ਗੁਜ਼ਾਰਾ ਕਰਦੇ ਹਨ, ਪਰ ਇਤਨੇ ਵੱਡੇ ਜਥੇ ਦਾ ਲੰਗਰ ਕਿਸ ਤਰ੍ਹਾਂ ਕਰ ਰਹੇ ਹਨ। ਇਹਨਾਂ ਲੋਕਾਂ ਨੂੰ ਕੀ ਪਤਾ ਸੀ ਕਿ ਜਿੱਥੇ ਭਜਨ ਸਿਮਰਨ ਦਾ ਭੰਡਾਰਾ ਚੱਲਦਾ ਹੈ, ਉੱਥੇ ਸਰੀਰਕ ਭੋਜਨ ਦਾ ਵੀ ਕੋਈ ਘਾਟਾ ਨਹੀਂ ਰਹਿੰਦਾ। ਭਾਵੇਂ ਤਿੰਨਾਂ ਪਰਿਵਾਰਾਂ ਵਿੱਚ ਹੱਦ ਤੋਂ ਵੱਧ ਗਰੀਬੀ ਸੀ, ਪਰ ਤਿੰਨੇ ਪਰਿਵਾਰ ਭਰੋਸੇ ਅਤੇ ਸਿਮਰਨ ਵਿੱਚ ਅਮੀਰ ਸਨ। ਇਸੇ ਤਰ੍ਹਾਂ ਹਰ ਸਾਲ ਜਾਂ ਦੂਜੇ ਤੀਜੇ ਸਾਲ ਜ਼ਰੂਰ ਜਥੇ ਦਾ ਪਿੰਡ ਆਉਣ ਦਾ ਪ੍ਰੋਗਰਾਮ ਬਣਾ ਲੈਂਦੇ। 13 ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਥੇ ਸਮੇਤ ਪਿੰਡ ਭੂਰੇ ਵਿਖੇ ਚਰਨ ਪਾਏ। ਕੀਰਤਨ ਕਥਾ ਦੇ ਪ੍ਰਵਾਹ ਨਾਲ ਬਹੁਤ ਸਿੱਖੀ ਪ੍ਰਚਾਰ ਹੋਇਆ। ਇਹਨਾਂ ਤਿੰਨਾਂ ਪਰਿਵਾਰਾਂ ਨੇ ਜਥੇ ਦੀ ਤਨ ਮਨ ਧਨ ਨਾਲ ਜੋ ਸੇਵਾ ਕੀਤੀ ਉਹ ਲਿਖੀ ਨਹੀਂ ਜਾ ਸਕਦੀ। ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਆਨੰਦ ਕਾਰਜ। ਭੁਜੰਗੀ ਕਰਤਾਰ ਸਿੰਘ ਜੀ ਦੇ ਵਿਆਹ ਆਨੰਦ ਕਾਰਜ ਦੀਆਂ ਘਰ ਵਿੱਚ ਗੱਲਾਂ ਹੋਣ ਲੱਗੀਆਂ। ਸਨ 1950 ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਆਨੰਦ ਕਾਰਜ 18 ਸਾਲ ਦੀ ਉਮਰ ਵਿੱਚ ਪਿੰਡ ਭੈਣੀ ਮੱਸਾ ਸਿੰਘ ਦੇ ਸਰਦਾਰ ਕਰਤਾਰ ਸਿੰਘ ਜੀ ਦੀ ਸੁਪੁੱਤਰੀ ਬੀਬੀ ਨਿਰੰਜਨ ਕੌਰ ਜੀ ਨਾਲ ਗੁਰਮਰਜ਼ਾਦਾ ਅਨੁਸਾਰ ਹੋਇਆ। ਸੰਤਾਂ ਦਾ ਸਹੁਰਾ ਕਹਿਣ ਲੱਗਾ, ਮੈਂ ਬੈਠ ਕੇ ਆਨੰਦ ਕਾਰਜ ਕਰਵਾਉਣਾ ਹੈ। ਤਾਂ ਸੰਤਾਂ ਨੇ ਕਿਹਾ ਕਿ ਮੈਂ ਅਧੂਰਾ ਆਨੰਦ ਕਾਰਜ ਨਹੀਂ ਕਰਾਉਣਾ। ਸੰਤਾਂ ਦੇ ਵਿਚੋਲੇ ਦੇ ਵਿੱਚ ਪੈਣ ਕਰਕੇ ਆਨੰਦ ਕਾਰਜ ਪ੍ਰਕਰਮਾ ਕਰਕੇ ਹੋਇਆ। ਸਮਾਂ ਪਾ ਕੇ 2 ਭੁਜੰਗੀ ਹੋਏ।
ਭਾਈ ਹਰਭਜਨ ਸਿੰਘ ਜੀ, ਜੋ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ, ਤੇ ਭਾਈ ਮਨਜੀਤ ਸਿੰਘ ਜੀ। ਹੁਣ ਸੰਗਤ ਜੀ ਅਸੀਂ ਪੜਾਂਗੇ ਕਿ ਕਿਵੇਂ ਮਹਾਂਪੁਰਖ ਜਥੇ ਵਿੱਚ ਜਾ ਕੇ ਭਰਤੀ ਹੁੰਦੇ ਹਨ। ਸੰਤਾਂ ਕੋਲ ਜਥੇ ਵਿੱਚ ਭਰਤੀ ਹੋਣਾ। ਕੁਝ ਸਮਾਂ ਪਿਤਾ ਜੀ ਤੇ ਭਰਾਵਾਂ ਨਾਲ ਖੇਤੀ ਦੀ ਕਿਰਤ ਕੀਤੀ। ਫਿਰ ਪਿਤਾ ਜੀ ਦੀ ਆਗਿਆ ਅਨੁਸਾਰ 7-8 ਮਹੀਨੇ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢੀ ਵਿਖੇ ਚੱਕਬੰਦੀ ਵਿੱਚ ਪਟਵਾਰ ਦੀ ਸਰਵਿਸ ਕੀਤੀ। ਡਿਊਟੀ ਤੋਂ ਵਿਹਲਾ ਸਮਾਂ ਗੁਰੂ ਦਰਬਾਰ ਵਿੱਚ ਕੀਰਤਨ ਕਥਾ ਸਿਮਰਨ ਕਰਨ ਵਿੱਚ ਬਤੀਤ ਕਰਦੇ। ਮਨ ਵਿੱਚ ਹਮੇਸ਼ਾ ਵੈਰਾਗ ਰਹਿੰਦਾ। ਇੱਥੇ ਵੀ ਮਾਘੀ ਦੇ ਜੋੜ ਮੇਲੇ ਤੇ ਮਹਾਂਪੁਰਖਾਂ ਦਾ ਜਥੇ ਸਮੇਤ 5-6 ਦਿਨ ਦਾ ਪ੍ਰੋਗਰਾਮ ਬਣਾਇਆ। ਰੱਜ ਕੇ ਸੇਵਾ ਕੀਤੀ। ਜੋ ਨੌਕਰੀ ਦੀ ਤਨਖਾਹ ਸੀ, ਦਸਵੰਧ ਨਾਲੋਂ ਵੱਧ ਖਰਚ ਕਰ ਦਿੱਤੀ। ਭਗਤ ਉਜਾਗਰ ਸਿੰਘ ਜੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ 5-6 ਸਿੰਘਾਂ ਦੇ ਨਾਲ ਤਿਆਰ ਹੋਏ। ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਪਤਾ ਲੱਗਾ। ਝੱਟ ਨੌਕਰੀ ਤੋਂ ਸੰਨ 1957 ਵਿੱਚ ਅਸਤੀਫਾ ਦੇ ਕੇ ਨਾਲ ਤਿਆਰ ਹੋ ਗਏ। ਰਸਤੇ ਦੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਦੇ ਹੋਏ ਹਜੂਰ ਸਾਹਿਬ ਦੇ ਦਰਸ਼ਨ ਕੀਤੇ। ਕੁਝ ਸਮਾਂ ਦਰਸ਼ਨ ਕਰਕੇ ਵਾਪਸ ਪੰਜਾਬ ਆ ਗਏ। ਭਗਤ ਜੀ ਪਾਸ ਜਥੇ ਵਿੱਚ ਰਹਿ ਕੇ ਬ੍ਰਹਮ ਗਿਆਨ ਦੀ ਵਿਦਿਆ ਪੜ੍ਹਨ ਦੀ ਤੀਬਰ ਇੱਛਾ ਜ਼ਾਹਰ ਕੀਤੀ। ਭਗਤ ਜੀ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਨਾਲ ਲਿਜਾ ਕੇ ਪਿੰਡੜੀ ਜੋੜ ਮੇਲੇ ਜਥੇ ਵਿੱਚ ਭਰਤੀ ਕਰਵਾ ਦਿੱਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੂਜਾ ਕਾਂਡ ਗੁਰਮਤਿ ਦੀ ਪੜ੍ਹਾਈ ਸ਼ੁਰੂ ਕਰਨੀ। ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਜਦੋਂ ਜਥੇ ਵਿੱਚ ਪੱਕੇ ਤੌਰ ਤੇ ਰਹਿ ਕੇ ਬ੍ਰਹਮ ਗਿਆਨ ਦੀ ਵਿਦਿਆ ਪੜ੍ਹਨ ਵਾਸਤੇ ਆਗਿਆ ਹੋ ਗਈ ਅਤੇ ਨਾਲ ਹੀ ਮਹਾਂਪੁਰਖਾਂ ਆਪਣੀ ਹਜ਼ੂਰੀ ਦੀ ਸੇਵਾ ਕਰਨ ਵਾਲੇ ਬਾਬਾ ਠਾਕੁਰ ਸਿੰਘ ਜੀ ਨੂੰ ਕਿਹਾ ਕਿ ਭੁਜੰਗੀ ਕਰਤਾਰ ਸਿੰਘ ਦਾ ਮੰਜਾ ਬਿਸਤਰਾ ਆਪਣੇ ਕੋਲ ਰੱਖਣਾ। ਨਾਲ ਹੀ ਮੁਖੀ ਵਿਦਿਆਰਥੀਆਂ ਵਿੱਚੋਂ ਵੈਦ ਨਿਰੰਜਨ ਸਿੰਘ ਜੀ ਨੂੰ ਬੁਲਾ ਕੇ ਕਿਹਾ, ਵੈਦ ਜੀ, ਤੁਸੀਂ ਜਥੇ ਵਿੱਚ ਅਰਥ ਪੜ੍ਹਾਉਣ ਨੂੰ ਸਿਆਣੇ ਹੋ। ਇਸ ਭੁਜੰਗੀ ਦਾ ਪਹਿਲਾ ਪਾਠ ਸੁਣ ਕੇ ਸ਼ੁੱਧ ਕਰਨਾ, ਫਿਰ ਅਰਥਾਂ ਵਾਲੇ ਛੋਟੇ-ਛੋਟੇ ਗ੍ਰੰਥ ਪੜ੍ਹਾਉਣੇ, ਜਾਂ ਤੁਹਾਡੇ ਕੋਲ ਪ੍ਰੀਤਮ ਸਿੰਘ ਲਿਖਾਰੀ ਵਿਦਿਆ ਪੜ੍ਹਨ ਦੀ ਮਿਹਨਤ ਕਰਦਾ ਹੈ, ਉਹ ਇਸ ਦਾ ਪਾਠ ਸੁਣੀ ਜਾਵੇਗਾ ਤੇ ਤੁਸੀਂ ਅਰਥਾਂ ਦਾ ਬੋਧ ਕਰਾਈ ਜਾਣਾ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਦਾਸ ਪ੍ਰੀਤਮ ਸਿੰਘ ਜੀ ਨੂੰ ਪਹਿਲੀ ਸੈਂਚੀ ਦਾ ਪਾਠ ਸੁਣਾਇਆ। ਦੂਜੀ ਸੈਂਚੀ ਦਾ ਪਾਠ ਬਾਬਾ ਲਾਹੌਰਾ ਸਿੰਘ ਜੀ ਨੂੰ ਸੁਣਾ ਕੇ ਸ਼ੁੱਧ ਕੀਤਾ। ਅਰਥਾਂ ਦੇ ਛੋਟੇ-ਛੋਟੇ ਗ੍ਰੰਥ ਸਾਰੇ ਵੈਦ ਜੀ ਪਾਸੋਂ ਪੜ੍ਹੇ। ਕਦੇ-ਕਦੇ ਮਹਾਂਪੁਰਖ ਆਪ ਵੀ ਪੜ੍ਹਾ ਦਿੰਦੇ। ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਸਕੂਲੀ ਪੜ੍ਹਾਈ ਕਰਨ ਦਾ ਤਜਰਬਾ ਸੀ। ਨਾਲੇ ਮਨ ਵਿੱਚ ਬ੍ਰਹਮ ਗਿਆਨ ਦੀ ਵਿਦਿਆ ਪ੍ਰਾਪਤ ਕਰਨ ਦਾ ਹੱਦ ਤੋਂ ਵੱਧ ਸ਼ੌਂਕ ਸੀ। ਕਰਤਾਰ ਸਿੰਘ ਜੀ ਦੀ ਲਿਖਾਈ ਇੰਨੀ ਤੇਜ਼ ਸੀ ਕਿ ਜਦੋਂ ਮਹਾਂਪੁਰਖ ਕਥਾ ਕਰਦੇ ਤਾਂ ਉਹ ਹੂ ਬਹੂ ਸਾਰੇ ਅਰਥ ਨਾਲ ਦੇ ਨਾਲ ਨੋਟ ਕਰੀ ਜਾਂਦੇ। ਦਾਸ ਪ੍ਰੀਤਮ ਸਿੰਘ ਪਾਸ ਕਥਾ ਵਿੱਚ ਵਰਤੇ ਜਾਣ ਵਾਲੇ ਅਲੰਕਾਰ ਅਤੇ ਹੋਰ ਬਹੁਤ ਵਿਦਵਤਾ ਵਾਲੇ ਪਦਾਰਥਾਂ ਦੀ ਕਾਪੀ ਭਰੀ ਹੋਈ ਸੀ। ਕਰਤਾਰ ਸਿੰਘ ਜੀ ਨੇ ਉਹ ਕਾਪੀ ਲੈ ਕੇ ਉਤਾਰਾ ਕੀਤਾ। ਗਿਆਨੀ ਵੀਰ ਸਿੰਘ ਜੀ ਪਾਸੋਂ ਵੀ ਕਾਫੀ ਅਰਥਾਂ ਦੀਆਂ ਚੀਜ਼ਾਂ ਨੋਟ ਕੀਤੀਆਂ। ਭਾਵੇਂ ਬਹੁਤੇ ਵਿਦਿਆਰਥੀ ਬੜੀਆਂ ਮਿਹਨਤਾਂ ਕਰਦੇ ਸਨ, ਪਰ ਜੋ ਭੁਜੰਗੀ ਕਰਤਾਰ ਸਿੰਘ ਜੀ ਵਿੱਚ ਸਾਰੇ ਗੁਣਾ ਕਰਕੇ ਉਦਮ ਸੀ, ਉਹ ਹੋਰ ਕਿਸੇ ਵਿੱਚ ਘੱਟ ਹੀ ਸੀ। ਮਹਾਂਪੁਰਖਾਂ ਦੀ ਸੇਵਾ ਅਤੇ ਜਥੇ ਦੀ ਸੇਵਾ ਕਰਨ ਦਾ, ਸਿੰਘਾਂ ਨਾਲ ਪ੍ਰੇਮ ਪਿਆਰ ਮਿਲ ਵਰਤਨ ਰੱਖਣ ਦਾ, ਵਿਦਿਆ ਪੜ੍ਹਨ ਦਾ ਉਮਾਹ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਸਦਾ ਹੀ ਚੜ੍ਹਿਆ ਰਹਿੰਦਾ। ਆਪ ਸੌਂਦੇ ਘੱਟ ਅਤੇ ਅਭਿਆਸ ਵੱਧ ਕਰਦੇ ਸਨ। ਸੰਤਾਂ ਦਾ ਗੜਵਈ ਬਣ ਕੇ ਕਠਿਨ ਡਿਊਟੀ ਕਰਨੀ। ਕਰਮ ਸਿੰਘ ਜੀ ਗੜਵਈ ਦੇ ਜਾਣ ਤੋਂ ਬਾਅਦ
ਦਾਸ ਪ੍ਰੀਤਮ ਸਿੰਘ ਨੇ ਮਹਾਂਪੁਰਖਾਂ ਨੂੰ 2-3 ਮਹੀਨੇ ਹਰ ਰੋਜ਼ ਨਿਤਨੇਮ ਸੁਣਾਇਆ। ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੁਣਾਉਣ ਲੱਗ ਪਏ। ਹਰ ਰੋਜ਼ ਅੰਮ੍ਰਿਤ ਵੇਲੇ 5 ਬਾਣੀਆਂ, ਜੈਤਸਰੀ ਦੀ ਵਾਰ, ਸੱਤੇ ਬਲਵੰਡੇ ਦੀ ਵਾਰ, 25 ਪੱਤਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਤੇ ਸ਼ਾਮ ਵੇਲੇ ਸਾਰੀ 5 ਗ੍ਰੰਥੀ ਦਾ ਪਾਠ, ਦੋਵੇਂ 12 ਮਾਹ 5 ਸ੍ਰੀ ਜਾਪੂ ਜੀ ਸਾਹਿਬ ਦੇ ਪਾਠ, ਇਹ ਮਹਾਂਪੁਰਖਾਂ ਦਾ ਨਿਤਨੇਮ ਸੀ। ਜ਼ਿੰਮੇਵਾਰੀਆਂ ਨਿਭਾਉਣੀਆਂ। ਮੁਖੀ ਵਿਦਿਆਰਥੀਆਂ, ਜਿਨ੍ਹਾਂ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਵੀ ਸਨ, ਨੇ ਵਿਚਾਰ ਸਾਗਰ ਗਿਆਨੀ ਮੋਹਨ ਸਿੰਘ ਜੀ ਪਾਸੋਂ ਅਰਥਾਂ ਨਾਲ ਪੜ੍ਹਿਆ। ਪਿੰਡ ਢਿਲਵੀਂ ਕੋਟਕਪੂਰੇ ਲਾਗੇ ਪ੍ਰੋਗਰਾਮ ਸੀ। ਸ਼ਾਮ ਨੂੰ ਮੁੱਠੀ ਚਾਪੀ ਕਰਦਿਆਂ ਸਿੰਘਾਂ, ਜਿਨ੍ਹਾਂ ਵਿੱਚ ਦਾਸ ਅਤੇ ਕੁਝ ਹੋਰ ਮੁਖੀ ਸਿੰਘ ਵੀ ਸਨ, ਪਿਆਰ ਨਾਲ ਪੁੱਛਿਆ, ਸਤਿਪੁਰਸ਼ੋ, ਸਰੀਰ ਆਪ ਜੀ ਦਾ ਢਿੱਲਾ ਰਹਿੰਦਾ ਹੈ। ਸਾਰੇ ਵਿਦਿਆਰਥੀਆਂ ਵਿੱਚੋਂ ਕੋਈ ਹੈ ਜਿਹੜਾ ਟਕਸਾਲ ਦੀ ਜ਼ਿੰਮੇਵਾਰੀ ਨਾਲ ਅੱਗੇ ਸਿੰਘਾਂ ਨੂੰ ਵਿਦਿਆ ਪੜ੍ਹਾਏ? ਮਹਾਂਪੁਰਖਾਂ ਉੱਤਰ ਦਿੱਤਾ ਕਿ ਅਜੇ ਕੋਈ ਐਸਾ ਸਿੰਘ ਨਹੀਂ ਆਇਆ। ਉਦੋਂ ਕਰਤਾਰ ਸਿੰਘ ਜੀ ਜਥੇ ਵਿੱਚ ਨਹੀਂ ਆਏ ਸੀ, ਕਿਉਂਕਿ ਦਾਸ ਸਨ 1951 ਈਸਵੀ ਵਿੱਚ ਮਹਾਂਪੁਰਖਾਂ ਕੋਲ ਵਿਦਿਆ ਪੜ੍ਹਨ ਵਾਸਤੇ ਜਥੇ ਵਿੱਚ ਭਰਤੀ ਹੋਇਆ ਸੀ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸਨ 1958 ਈਸਵੀ ਵਿੱਚ ਵਿਦਿਆ ਪੜ੍ਹਨ ਵਾਸਤੇ ਜਥੇ ਵਿੱਚ ਭਰਤੀ ਹੋਏ ਸਨ। ਇੱਕ ਵਾਰ ਫਿਰ ਜਦੋਂ ਵਿਦਿਆਰਥੀਆਂ ਨੇ ਪ੍ਰੇਮ ਨਾਲ ਸੇਵਾ ਕਰਦਿਆਂ ਪੁੱਛਿਆ, ਸੰਤ ਜੀ, ਜ਼ਿੰਮੇਵਾਰੀ ਨਾਲ ਅੱਗੇ ਵਿਦਿਆ ਪੜ੍ਹਾਉਣ ਵਾਲਾ ਕੋਈ ਵਿਦਿਆਰਥੀ ਅਜੇ ਟਕਸਾਲ ਵਿੱਚ ਆਇਆ ਹੈ ਕਿ ਨਹੀਂ? ਤਾਂ ਮਹਾਂਪੁਰਖ ਚੁੱਪ ਰਹੇ, ਉੱਤਰ ਨਹੀਂ ਦਿੱਤਾ। ਉਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਥੇ ਵਿੱਚ ਸਨ। ਦਾਸ ਹਰ ਰੋਜ਼ ਅੰਮ੍ਰਿਤ ਵੇਲੇ ਮਹਾਂਪੁਰਖਾਂ ਨੂੰ ਇਸ਼ਨਾਨ ਕਰਾਉਣ ਜਾਂਦਾ। 6 ਸਾਲ ਲਿਖਾਰੀ ਦੀ ਡਿਊਟੀ ਰਹੀ, ਜਿਸ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨਾਲ ਦਾਸ ਦਾ ਹੱਦ ਤੋਂ ਵੱਧ ਪਿਆਰ ਸੀ। ਵਿਦਿਆ ਇਕੱਠੀ ਪੜ੍ਹਨੀ, ਮਿਹਨਤ ਇਕੱਠੀ ਕਰਨੀ, ਸੇਵਾ ਕਰਨੀ, ਇੱਕ ਥਾਂ ਬਹੁਤਾ ਚਿਰ ਰਹਿਣ ਕਰਕੇ ਦਾਸ ਨੂੰ ਉਸ ਮਹਾਨ ਸ਼ਖਸੀਅਤ ਦੇ ਗੁਣਾਂ ਦਾ ਗਿਆਨ ਹੈ। ਲਿਖਾਈ ਪੜ੍ਹਾਈ ਦਾ, ਲੈਣ ਦੇਣ ਦਾ, ਜਥੇ ਦੀ ਸਾਰੀ ਸੇਵਾ ਰਾਏ ਨਾਲ ਕਰਨ ਕਰਾਉਣ ਦਾ, ਸਾਡਾ ਦੋਹਾਂ ਦਾ ਕੰਮ ਕਰਨ ਦਾ ਢੰਗ ਇੱਕੋ ਜਿਹਾ ਹੀ ਸੀ। ਅਸੀਂ ਨਾਲ ਹੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਰਾਏ ਵੀ ਲੈ ਲੈਂਦੇ ਸਾਂ। ਦਾਸ ਨੇ ਗੱਤਕੇ ਦੀ ਟ੍ਰੇਨਿੰਗ ਬਾਬਾ ਗਿਆਨ ਸਿੰਘ, ਜੋ ਵਿਧੀ ਚੰਦ ਦਲ ਵਿੱਚ ਅਤੇ ਹੋਰਨਾਂ ਦਲਾਂ ਵਿੱਚ ਪ੍ਰਸਿੱਧ ਗੱਤਕਈ ਸਨ, ਤੋਂ ਪ੍ਰਾਪਤ ਕੀਤੀ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਦਾਸ ਪਾਸੋਂ ਕੁਝ ਸ਼ਸਤਰ ਵਿਦਿਆ ਦਾ ਵੀ ਅਭਿਆਸ ਕੀਤਾ। ਪਿੰਡ ਜੋਧਪੁਰ ਰੋਡੇ 11 ਫਰਵਰੀ ਸਨ 1961 ਨੂੰ ਜਥੇ ਸਮੇਤ ਮਹਾਂਪੁਰਖ ਪੁੱਜੇ। ਉਤਾਰੇ ਦਾ ਅਤੇ ਲੰਗਰ ਦਾ ਪ੍ਰਬੰਧ ਜੋਧਪੁਰ ਨਗਰ ਦੀ ਸੰਗਤ ਵੱਲੋਂ ਸਤਿਕਾਰਯੋਗ ਸੰਤ ਕਿਰਪਾਲ ਸਿੰਘ ਜੀ ਦੀ ਪ੍ਰੇਰਣਾ ਨਾਲ ਹੋਇਆ। 12 ਫਰਵਰੀ ਨੂੰ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ, ਜਿਸ ਦਾ ਭੋਗ 14 ਮਾਰਚ ਨੂੰ ਪਿਆ। ਪਾਠ ਜਥੇ ਦੇ ਸਿੰਘਾਂ ਨੇ ਕੀਤੇ। 13 ਮਾਰਚ ਨੂੰ ਨਗਰ ਕੀਰਤਨ ਸੀ। ਸਾਰਾ ਇਲਾਕਾ ਇਕੱਠਾ ਹੋਇਆ। ਗੁਣੀ ਗਿਆਨੀ ਸੰਤ ਮਹੰਤ ਪੁੱਜੇ ਸੀ। ਅੰਮ੍ਰਿਤ ਸੰਚਾਰ ਹੋਇਆ। 5 ਪਿਆਰੇ ਜਥੇ ਦੇ ਸਿੰਘ ਸਨ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਭਾਈ ਨਿਰੰਜਨ ਸਿੰਘ ਜੀ ਵੈਦ, ਭਾਈ ਕਰਤਾਰ ਸਿੰਘ ਜੀ ਪ੍ਰੇਮੀ, ਭਾਈ ਤਰਲੋਕ ਸਿੰਘ ਜੀ ਜਰਨੈਲ, ਦਾਸ ਪ੍ਰੀਤਮ ਸਿੰਘ ਲਿਖਾਰੀ। ਗ੍ਰੰਥੀ ਦੀ ਡਿਊਟੀ ਭਾਈ ਬਚਿੱਤਰ ਸਿੰਘ ਰਾਗੀ ਦੀ ਸੀ। 164 ਪ੍ਰੇਮੀਆਂ ਨੇ ਅੰਮ੍ਰਿਤ ਪਾਨ ਕੀਤਾ, ਜਿਨ੍ਹਾਂ ਵਿੱਚ ਬਾਬਾ ਜੋਗਿੰਦਰ ਸਿੰਘ ਜੀ ਦਾ ਸਾਰਾ ਪਰਿਵਾਰ ਸੀ ਤੇ ਭੁਜੰਗੀ ਰੂਪ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਵੀ ਸਨ। ਰਹਿਤਾਂ ਕੁਰਹਿਤਾਂ ਆਦਿਕ ਸਿੱਖਿਆ ਦੀ ਵਿਚਾਰ ਦਾਸ ਨੇ ਸੁਣਾਈ। ਇਹ ਸਭ ਤੋਂ ਪਹਿਲਾ ਸਮਾਂ ਸੀ ਜਦੋਂ ਤਿੰਨੇ ਪ੍ਰਮੁੱਖ ਆਤਮਾਵਾਂ ਰਾਤ ਸਮੇਂ ਮਹਾਂਪੁਰਖਾਂ ਸਮੇਤ ਇਕੱਠੀਆਂ ਹੋਈਆਂ। ਇੱਕ ਜਗਿਆਸੂ ਰੂਪ ਸੰਤ ਗਿਆਨੀ ਜਰਨੈਲ ਸਿੰਘ ਜੀ,
ਵਿਦਿਆਰਥੀ ਰੂਪ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤੇ ਉਪਦੇਸ਼ਕ ਰੂਪ ਸੰਤ ਗਿਆਨੀ ਗੁਰਬਚਨ ਸਿੰਘ ਜੀ। ਇਹੋ ਹੀ ਸਮਾਂ ਸੀ ਜਦੋਂ ਮਹਾਂਪੁਰਖਾਂ ਭਾਈ ਜੋਗਿੰਦਰ ਸਿੰਘ ਜੀ ਨੂੰ ਕਿਹਾ ਸੀ, ਆਹ ਜਰਨੈਲ ਸਿੰਘ ਭੁਜੰਗੀ ਸਾਨੂੰ ਦੇ ਦਿਓ, ਜਥੇ ਵਿੱਚ ਗੁਰਮਤਿ ਦੀ ਵਿੱਦਿਆ ਪੜ੍ਹੇਗਾ। ਕੋਲ ਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਖਲੋਤੇ ਕਹਿਣ ਲੱਗੇ, ਭੁਜੰਗੀਆ, ਦੁਨਿਆਵੀ ਪੜ੍ਹਾਈ ਨਾਲੋਂ ਗੁਰਮਤਿ ਦੀ ਬ੍ਰਹਮ ਵਿੱਦਿਆ ਕੁਲਾ ਹੀ ਪਾਰ ਤਾਰ ਦਿੰਦੀ ਹੈ। ਕੋਲ ਹੀ ਦਾਸ ਵੀ ਸੀ। ਹੁਕਮ ਹੋਇਆ, ਲਿਖਾਰੀਆ ਭੁਜੰਗੀ ਦਾ ਨਾਮ ਜਥੇ ਦੇ ਸਿੰਘਾਂ ਦੀ ਲਿਸਟ ਵਿੱਚ ਲਿਖ ਲਈ। ਨਾਲ ਹੀ ਉਹਨਾਂ ਬਾਬਾ ਜੋਗਿੰਦਰ ਸਿੰਘ ਜੀ ਦੀ ਅਤੇ ਸਾਰੇ ਪਰਿਵਾਰ ਦੀ ਸੇਵਾ ਸਰਾਹਨਾ ਕੀਤੀ। ਹੋਰ ਬਹੁਤ ਬਚਨ ਵਿਲਾਸ ਹੋਏ ਜੋ ਫਿਰ ਵਿਸਥਾਰ ਨਾਲ ਲਿਖੇ ਜਾਣਗੇ। 14 ਮਾਰਚ ਨੂੰ ਵੀ ਅੰਮ੍ਰਿਤ ਸੰਚਾਰ ਹੋਇਆ। 50 ਪ੍ਰੇਮੀਆਂ ਨੇ ਅੰਮ੍ਰਿਤ ਪਾਨ ਕੀਤਾ। ਬਹੁਤ ਵੱਡਾ ਜੋੜ ਮੇਲਾ ਹੋਇਆ। ਪੰਡਾਲ ਲੱਗਾ, ਦੀਵਾਨ ਸੱਜਿਆ, ਗੁਣੀਆਂ ਗਿਆਨੀਆਂ ਸੰਤਾਂ ਨੇ ਹਾਜ਼ਰੀਆਂ ਭਰੀਆਂ। 21 ਅਕਤੂਬਰ ਸਨ 1956 ਨੂੰ ਅੰਮ੍ਰਿਤਸਰ ਵਿਖੇ ਜਦੋਂ ਮਹਾਂਪੁਰਖਾਂ ਦਾ ਸਰੀਰ ਢਿੱਲਾ ਹੋ ਗਿਆ ਸੀ ਤਾਂ ਜਥੇ ਦੇ ਸਿੰਘਾਂ ਨੇ ਮਹਾਂਪੁਰਖਾਂ ਦੀ ਦੇਹ ਅਰੋਗਤਾ ਲਈ 125 ਸ੍ਰੀ ਅਖੰਡ ਪਾਠ ਕਰਨੇ ਸੁੱਖੇ ਸਨ। 125 ਸ੍ਰੀ ਅਖੰਡ ਪਾਠ ਕਰਨੇ ਸੁੱਖੇ ਸਨ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਕਿਰਪਾ ਸਦਕਾ ਦੇਹ ਅਰੋਗ ਹੋਈ ਅਤੇ ਪਿੰਡ ਜੋਧਪੁਰ ਰੋਡੇ 7100 ਅਖੰਡ ਪਾਠ ਕੀਤੇ ਗਏ। ਅਖੰਡ ਪਾਠ ਕਰਨ ਤੋਂ ਬਾਅਦ ਵਿਚਾਰ ਕਰਕੇ ਮਹਾਂਪੁਰਖਾਂ ਸਮੇਤ ਜਥਾ ਸ੍ਰੀ ਅੰਮ੍ਰਿਤਸਰ ਸਰਦਾਰ ਮਾਹਣਾ ਸਿੰਘ ਦੀ ਧਰਮਸ਼ਾਲਾ ਵਿੱਚ ਪੁੱਜਾ। 21 ਮਾਰਚ ਸਨ 1959 ਨੂੰ 125 ਸ੍ਰੀ ਅਖੰਡ ਪਾਠਾਂ ਦੀ ਲੜੀ ਮਾਹਣਾ ਸਿੰਘ ਦੀ ਧਰਮਸ਼ਾਲਾ ਵਿੱਚ ਆਰੰਭ ਕੀਤੀ। ਆਰੰਭਤਾ ਦੀ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਅਛਰ ਸਿੰਘ ਜੀ ਨੇ ਕੀਤੀ। ਸਾਰੇ ਪ੍ਰੋਗਰਾਮ ਨੂੰ ਸਫਲਤਾ ਨਾਲ ਚਲਾਉਣ ਵਾਸਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਦਾਸ ਪ੍ਰੀਤਮ ਸਿੰਘ ਲਿਖਾਰੀ, ਵੈਦ ਨਿਰੰਜਨ ਸਿੰਘ ਜੀ, ਭਾਈ ਜਗਦੀਸ਼ ਸਿੰਘ ਜੀ, ਕੁਠਾਰੀ ਬੂੜ ਸਿੰਘ ਜੀ, ਸੰਤ ਬਾਬਾ ਠਾਕੁਰ ਸਿੰਘ ਜੀ ਅਤੇ ਹੋਰ ਜਥੇ ਦੇ ਸਿੰਘ ਗਿਆਨੀ ਦਲੀਪ ਸਿੰਘ ਜੀ ਕਥਾਵਾਚਕ, ਸਰਦਾਰ ਹਰਨਾਮ ਸਿੰਘ ਜੀ, ਮਾਤਾ ਝਾਈ ਜੀ, ਸ਼ਹਿਰ ਦੇ ਹੋਰ ਪਤਵੰਤੇ ਅਤੇ ਪਿੰਡਾਂ ਦੀਆਂ ਸੰਗਤਾਂ ਆਦਿ। ਪਿੰਡ ਭੂਰਿਆਂ ਦੇ ਸਰਦਾਰ ਹਰਨਾਮ ਸਿੰਘ ਜੀ, ਭਾਈ ਸ਼ਿੰਗਾਰਾ ਸਿੰਘ ਜੀ, ਗ੍ਰੰਥੀ ਗੁਰਦੀਪ ਸਿੰਘ ਜੀ, ਜਥੇਦਾਰ ਬਾਬਾ ਝੰਡਾ ਸਿੰਘ ਜੀ ਦਾ ਸਾਰਾ ਪਰਿਵਾਰ ਪੁੱਜਾ ਹੋਇਆ ਸੀ। 125 ਸ੍ਰੀ ਅਖੰਡ ਪਾਠਾਂ ਦੀ ਸਮਾਪਤੀ 2 ਮਈ 1959 ਈਸਵੀ ਨੂੰ ਹੋਈ। 30 ਅਪ੍ਰੈਲ 1 ਅਤੇ 2 ਮਈ ਨੂੰ 3 ਦਿਨ ਬਹੁਤ ਭਾਰੀ ਜੋੜ ਮੇਲਾ ਹੋਇਆ। ਸਾਰੇ ਇਲਾਕਿਆਂ ਦੀਆਂ ਹਜ਼ਾਰਾਂ ਸੰਗਤਾਂ ਪੁੱਜੀਆਂ। ਦੀਵਾਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਸਿੰਘ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸਾਰੇ ਡੇਰਿਆਂ ਦੇ ਸਾਧੂ ਮਹਾਤਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਤਵੰਤੇ ਅਤੇ ਸਾਰਾ ਸਟਾਫ ਹਾਜ਼ਰ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਵਿੱਚ 4 ਪੀਪੇ ਦੇਸੀ ਘਿਓ ਦੀਆਂ ਜਲੇਬੀਆਂ, 27 ਕਿਲੋ ਦੇਸੀ ਘਿਓ ਦੀ ਲੰਗਰ ਵਿੱਚ ਦੇਗ, ਹੋਰ ਲੱਡੂ, ਦਾਲਾਂ, ਸਬਜ਼ੀਆਂ, ਪ੍ਰਸ਼ਾਦਿਆਂ ਦਾ ਅਟੁੱਟ ਲੰਗਰ ਸੀ। ਸ਼ਹਿਰ ਦੀ ਸੰਗਤ ਅਤੇ ਸ਼੍ਰੋਮਣੀ ਕਮੇਟੀ ਦੇ ਸਾਰੇ 4-500 ਸਟਾਫ ਨੇ ਲੰਗਰ ਛਕਿਆ। ਦੂਜਾ ਲੰਗਰ ਮਾਹਣਾ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਤਿਆਰ ਕੀਤਾ ਗਿਆ। 4 ਪੀਪੇ ਦੇਸੀ ਘਿਓ ਦੀਆਂ ਜਲੇਬੀਆਂ, ਲੱਡੂ, ਖੀਰ, ਦਾਲਾਂ, ਸਬਜ਼ੀਆਂ ਦਾ ਅਟੁੱਟ ਲੰਗਰ ਸੀ। ਬਾਹਰੋਂ ਆਈਆਂ ਸੰਗਤਾਂ ਅਤੇ ਸ਼ਹਿਰ ਦੇ ਸਾਰੇ ਡੇਰਿਆਂ ਦੇ ਮਹਾਤਮਾ, ਸਾਰੇ ਸਿੰਘ ਸਾਹਿਬਾਂ ਨੇ ਗੁਰੂ ਕਾ ਲੰਗਰ ਛਕਿਆ। 1 ਅਤੇ 2 ਮਈ ਨੂੰ 5-6 ਦੇਸੀ ਘਿਓ ਦੇ ਪੀਪਿਆਂ ਦਾ ਕੜਾਹ ਪ੍ਰਸ਼ਾਦ ਸਿੰਘਾਂ ਨੇ ਆਪ ਸਵੇਰੇ ਪੂਰਨ ਮਰਜ਼ਾਦਾ ਨਾਲ ਤਿਆਰ ਕਰਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਾਇਆ। ਵੱਡੇ ਵੱਡੇ ਡਰਮ ਭਰ ਗਏ। ਸਵੇਰੇ 4 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਕੜਾਹ ਪ੍ਰਸ਼ਾਦ ਦੀ ਖੁੱਲੀ ਦੇਗ ਵਰਤੀ। ਸਾਰਾ ਸ਼ਹਿਰ ਧੰਨ ਧੰਨ ਕਰ ਰਿਹਾ ਸੀ। ਸਿਆਣੇ ਗੱਲਾਂ ਕਰਦੇ ਸੁਣੇ ਗਏ ਕਿ ਇਤਨਾ ਵੱਡਾ ਲੰਗਰ ਸਾਡੀ ਸੁਰਤ ਵਿੱਚ ਨਹੀਂ ਹੋਇਆ ਅਤੇ ਸ਼ਾਇਦ ਹੀ ਅੱਗੇ ਨੂੰ ਹੋਵੇ। ਇਹ ਸਿਹਰਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਅਤੇ ਜਥੇ ਦੇ ਮੁਖੀ ਵਿਦਿਆਰਥੀਆਂ ਦੇ ਸਿਰ ਸੀ।
ਜਿਨ੍ਹਾਂ ਰਾਤ ਦਿਨ ਇੱਕ ਕਰਕੇ ਪ੍ਰੋਗਰਾਮ ਨੂੰ ਚੰਗੇ ਢੰਗ ਨਾਲ ਚਲਾਇਆ ਸੀ। ਗੁਰਬਾਣੀ ਇਸ ਜਗ ਮਹਿ ਚਾਨਣ ਦੇ ਸਿਧਾਂਤ ਨੂੰ ਪ੍ਰਚਾਰਦਿਆਂ ਅਤੇ ਹੋਰ ਸੇਵਾਵਾਂ ਦੇ ਨਾਲ ਨਾਲ ਮਹਾਂਪੁਰਖਾਂ ਨੇ ਹੋਰ ਵੀ ਕਈਆਂ ਥਾਵਾਂ ਤੇ ਸ੍ਰੀ ਅਖੰਡ ਪਾਠਾਂ ਦੀਆਂ ਇਕੋਤਰੀਆਂ ਕਰਵਾਈਆਂ। ਜਿਵੇਂ ਧਨੌਲੇ 101 ਅਖੰਡ ਪਾਠ, ਪਿੰਡ ਸੇਵੇ ਨਾਲਵਾਲਾ 101 ਅਖੰਡ ਪਾਠ, ਪਿੰਡ ਰਾਮਗੜ੍ਹ 101 ਅਖੰਡ ਪਾਠ, ਸ੍ਰੀ ਹਜੂਰ ਸਾਹਿਬ 101 ਅਖੰਡ ਪਾਠ, ਕਲਕੱਤੇ 3 ਵਾਰ 71 100 ਅਖੰਡ ਪਾਠ ਅਤੇ 5 ਵਾਰ 71 100 ਸ੍ਰੀ ਅਖੰਡ ਪਾਠ ਸਾਹਿਬ ਪਿੰਡ ਨਾਭਾ ਸਾਹਿਬ ਵਿਖੇ ਕਰਵਾਏ। 1 1 2 2 5 5 ਅਖੰਡ ਪਾਠ ਸੈਂਕੜਿਆਂ ਦੀ ਗਿਣਤੀ ਵਿੱਚ ਕੀਤੇ ਸਨ। 3 ਫਰਵਰੀ 1963 ਨੂੰ ਜਥਾ ਖਡਿਆਲ ਪੁੱਜਾ। ਉੱਥੇ 10 ਦਿਨ ਰਹੇ। ਪ੍ਰਬੰਧ ਭਾਈ ਕਰਤਾਰ ਸਿੰਘ ਜੀ, ਭਾਈ ਠਾਕੁਰ ਸਿੰਘ ਜੀ ਦੋਹਾਂ ਸਿੰਘਾਂ ਨੇ ਕੀਤਾ। ਜਥੇ ਦੇ ਇਹ ਦੋਵੇਂ ਸਿੰਘ ਚੰਗੀ ਸੇਵਾ ਕਰਨ ਵਾਲੇ ਹਨ। ਕਈ ਵਾਰ ਇੱਥੇ ਇਹਨਾਂ ਸਿੰਘਾਂ, ਇਹਨਾਂ ਦੇ ਭਰਾਵਾਂ ਅਤੇ ਸਾਰੇ ਪਿੰਡ ਦੇ ਜਥੇ ਦਾ ਪ੍ਰੋਗਰਾਮ ਬਣਾਉਣਾ ਅਤੇ ਰੱਜ ਕੇ ਸੇਵਾ ਕਰਨੀ। ਦੋਵੇਂ ਵਕਤ ਗੁਰਦੁਆਰੇ ਕਥਾ ਹੁੰਦੀ। 2 ਸ੍ਰੀ ਅਖੰਡ ਪਾਠਾਂ ਦੀ ਸਮਾਪਤੀ 11 ਫਰਵਰੀ ਨੂੰ ਭਾਈ ਕਰਤਾਰ ਸਿੰਘ ਜੀ ਦੇ ਬਾਹਰਲੇ ਘਰ ਵਿਖੇ ਹੋਈ। ਕਥਾ ਕੀਰਤਨ ਹੋਇਆ। ਮਹਾਂਪੁਰਖ ਰਾਤ ਨੂੰ ਆਰਾਮ ਕਰਦਿਆਂ 1 ਵਜੇ ਅਚਾਨਕ ਉੱਠ ਕੇ ਬਹਿ ਗਏ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਗੜਵਈ, ਸੰਤ ਬਾਬਾ ਠਾਕੁਰ ਸਿੰਘ ਜੀ ਮੰਜੇ ਤੇ, ਦਾਸ ਪ੍ਰੀਤਮ ਸਿੰਘ, ਰਾਗੀ ਬਚਿੱਤਰ ਸਿੰਘ ਥੋੜੀ ਦੂਰ ਮੰਜਿਆਂ ਤੇ ਕੋਠੇ ਉੱਪਰ ਪਏ ਸਾਂ। ਗੜਵਈ ਸਿੰਘ ਕਾਹਲੀ ਨਾਲ ਉੱਠੇ ਕਿ ਸ਼ਾਇਦ ਸੰਤਾਂ ਨੇ ਪਿਸ਼ਾਬ ਨਾ ਕਰਨਾ ਹੋਵੇ। 5-7 ਮਿੰਟਾਂ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਬਾਬਾ ਠਾਕੁਰ ਸਿੰਘ ਅਤੇ ਦਾਸ ਨੇ ਥੋੜੀ ਦੂਰ ਖਲੋਤੇ ਹੋਇਆਂ ਮਹਾਂਪੁਰਖਾਂ ਨੂੰ ਤੱਕਿਆ। ਪੁੱਛਣ ਤੇ ਪਿਆਰ ਨਾਲ ਕਹਿਣ ਲੱਗੇ, ਕਰਤਾਰ ਸਿੰਘ ਜੀ, ਅਚਰਜ ਨਜ਼ਾਰਾ ਹੋਇਆ। ਘੋੜਾ ਬਹੁਤ ਤੇਜ਼ੀ ਨਾਲ ਨੱਠਾ ਆਇਆ। ਰੁਮਾਲ ਡਿੱਗ ਪਿਆ। ਆਵਾਜ਼ ਆਈ, ਪੁਰਖਾ ਰੁਮਾਲ ਫੜਾ। ਦਾਸ ਫੜਾਉਣ ਲੱਗਾ। ਘੋੜਾ ਤੇਜ਼ ਸੀ। ਆਵਾਜ਼ ਆਈ, ਪਿੱਛੇ ਫੜਾ ਦੇ। ਝਲਕ ਕਲਗੀਧਰ ਜੈਸੀ ਸੀ। ਪਿੱਛੇ ਵੇਖਿਆ, ਘੋੜਾ ਤੇਜ਼ ਸੀ। ਦਾਸ ਰੁਮਾਲ ਫੜਾਉਣ ਲੱਗਾ। ਘੋੜਾ ਖਲੋ ਗਿਆ। ਆਵਾਜ਼ ਆਈ, ਪ੍ਰੇਮੀਆਂ ਪਹਿਲਾਂ ਕਥਾ ਸੁਣਾ। ਸ਼ਬਦ ਸੀ, ਸੋਰਠ ਮਹੱਲਾ 5ਵਾਂ, ਗੁਰ ਪੂਰੈ ਚਰਣੀ ਲਾਇਆ। ਅਰਥਾਂ ਪ੍ਰਮਾਣਾ ਸਮੇਤ ਕਥਾ ਸੁਣ ਕੇ ਕਹਿਣ ਲੱਗੇ, ਪ੍ਰੇਮੀਆਂ ਇਸ ਰੁਮਾਲ ਪੱਲੇ ਟਕਸਾਲੀ ਅਰਥ ਬੰਨੇ ਹਨ, ਸੰਭਾਲ ਕੇ ਰੱਖੀ। ਇਹ ਕਹਿ ਕੇ ਜਦ ਘੋੜਾ ਤੇਜ਼ ਕੀਤਾ, ਉਸ ਵਕਤ ਝਲਕ ਸੰਤ ਅਤਲ ਸਿੰਘ ਜੀ ਮਸਤੂਆਣੇ ਵਾਲਿਆਂ ਵਰਗੀ ਗਈ ਸੀ। ਝੱਟ ਜਾਗ ਆ ਗਈ, ਝੱਟ ਜਾਗ ਆ ਗਈ ਹੈ। ਅਸੀਂ ਸਾਰੇ ਸੁਣ ਕੇ ਅਚਰਜ ਹੋ ਗਏ। ਇੱਥੋਂ ਹੀ ਜਥਾ ਪਿੰਡ ਬੋਪਾ ਰਾਏ ਪੁੱਜਾ। 13 ਤੋਂ 15 ਫਰਵਰੀ ਤੱਕ ਸਾਲਾਨਾ ਜੋੜ ਮੇਲਾ ਬੜੀ ਧੂਮ-ਧਾਮ ਨਾਲ ਹੋਇਆ। 16 ਫਰਵਰੀ ਨੂੰ 14ਵੀਂ ਸਰਬ ਹਿੰਦ ਅਕਾਲੀ ਕਾਨਫਰੰਸ ਦੇ ਸਬੰਧ ਵਿੱਚ ਲੁਧਿਆਣੇ ਵਿਖੇ ਨਿਕਲੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ। 17 ਨੂੰ ਭਾਰੀ ਪੰਡਾਲ ਵਿੱਚ ਸ੍ਰੀ ਮੁਖਵਾਕ ਦੀ ਕਥਾ ਕੀਤੀ। ਸਾਧੂ ਸਮਾਜ ਵਿੱਚ ਮੰਗਲਾਂ ਬਾਰੇ ਵੀ ਵਿਚਾਰਾਂ ਹੋਈਆਂ। ਪਿੰਡ ਰੋਡੀ ਜਥੇ ਨੇ 10-15 ਦੀਵਾਨ ਕੀਤੇ। ਨਗਰਾਂ ਵਿੱਚ ਵੀ ਕਥਾ ਕੀਰਤਨ ਦਾ ਸੰਗਤਾਂ ਆਨੰਦ ਮਾਣਦੀਆਂ ਰਹੀਆਂ। 10 ਅਪ੍ਰੈਲ ਨੂੰ ਮਹਾਂਪੁਰਖਾਂ ਸਮੇਤ ਜਥਾ ਸ੍ਰੀ ਅੰਮ੍ਰਿਤਸਰ ਪੁੱਜਾ। ਬਾਬਾ ਸ਼ਾਮ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਡੇਰਾ ਕੀਤਾ। ਮਹਾਂਪੁਰਖ ਕਥਾ ਮੰਜੀ ਸਾਹਿਬ ਕਰਦੇ ਸਨ। ਵਿਸਾਖੀ ਦਾ ਗੁਰਪੁਰਬ ਬੜੀਆਂ ਰੌਣਕਾਂ ਨਾਲ ਮਨਾਇਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਚੰਨਣ ਸਿੰਘ ਜੀ ਨਾਲ ਮੰਗਲਾਂ ਬਾਰੇ 2-3 ਵਾਰ ਮੀਟਿੰਗਾਂ ਹੋਈਆਂ। ਮਹਾਂਪੁਰਖਾਂ ਜੋ ਗੁਰਬਾਣੀ ਦੀ ਖੋਜ ਦੁਆਰਾ ਦਲੀਲਾਂ ਪ੍ਰਮਾਣ ਦਿੱਤੇ ਅਤੇ ਕਿਹਾ ਕਿ ਸਿੱਖ ਨੂੰ ਕੀ ਹੱਕ ਹੈ ਕਿ ਧੁਰ ਕੀ ਬਾਣੀ ਤੇ ਹੱਥ ਚੁੱਕੇ, ਵੱਧ ਘੱਟ ਅੱਗੇ ਪਿੱਛੇ ਕਰੇ ਜਾਂ ਕਹੇ ਕਿ ਆਹ ਬਾਣੀ ਹੈ, ਆਹ ਬਾਣੀ ਗੁਰੂ ਦੀ ਨਹੀਂ। ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਕਰਤਾਰਪੁਰ ਵਾਲੀ ਬੀੜ ਵਿੱਚ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਦੀ ਬੀੜ, ਜਿਸ ਨੂੰ ਗੁਰਤਾ ਪ੍ਰਾਪਤ ਹੈ, ਜੋ ਤਰਤੀਬ ਉਸ ਵਿੱਚ ਦਿੱਤੀ ਹੈ
ਉਹ ਜਿਉਂ ਦੀ ਤਿਉਂ ਚਾਹੀਦੀ ਹੈ। ਸੰਤ ਚੰਨਣ ਸਿੰਘ ਜੀ ਪ੍ਰਧਾਨ ਨੇ ਮਹਾਂਪੁਰਖਾਂ ਦੇ ਵਿਚਾਰ ਅਤੇ ਸਤਿਗੁਰਾਂ ਦੀ ਜੁਗੋ ਜੁਗ ਅਟਲ ਬਾਣੀ ਦੇ ਮੰਗਲ ਠੀਕ ਕਰਨ ਵਾਸਤੇ ਸਹਿਮਤੀ ਪ੍ਰਗਟ ਕੀਤੀ। ਮਹਾਂਪੁਰਖ ਮੀਟਿੰਗ ਬਾਅਦ ਤੁਰਨ ਲੱਗੇ ਤਾਂ ਸੰਤ ਚੰਨਣ ਸਿੰਘ ਜੀ ਕਹਿਣ ਲੱਗੇ, ਸਤਿਪੁਰਖੋ, ਜਿਸ ਤਰ੍ਹਾਂ ਆਪ ਜੀ ਤੋਂ ਵਿਦਿਆ ਪੜ੍ਹੇ ਮੁਖੀ ਵਿਦਿਆਰਥੀ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ, ਗਿਆਨੀ ਕਪੂਰ ਸਿੰਘ ਜੀ ਬਰਾੜ, ਕਥਾਵਾਚਕ ਮੰਜੀ ਸਾਹਿਬ ਗਿਆਨੀ ਦਲੀਪ ਸਿੰਘ ਜੀ ਕਥਾ ਕਰਦੇ ਹਨ। ਇਸੇ ਤਰ੍ਹਾਂ ਸਿਆਣਾ ਵਿਦਵਾਨ ਵਿਦਿਆਰਥੀ ਸਾਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਲਈ ਕਥਾਵਾਚਕ ਹੈੱਡ ਗ੍ਰੰਥੀ ਚਾਹੀਦਾ ਹੈ। ਕੋਈ ਆਪਣਾ ਵਿਦਿਆਰਥੀ ਦੇਣ ਦੀ ਕਿਰਪਾ ਕਰਨੀ। ਸੰਤਾਂ ਕਿਹਾ, ਸਿੰਘਾਂ ਨੂੰ ਪੁੱਛਾਂਗੇ, ਜੇ ਕੋਈ ਮੰਨ ਗਿਆ। ਤੁਸੀਂ ਸ਼ਾਮ ਨੂੰ 4 ਵਜੇ ਬੰਦਾ ਭੇਜ ਕੇ ਪਤਾ ਕਰ ਲੈਣਾ। ਮਹਾਂਪੁਰਖ ਜਦੋਂ ਸੰਤ ਬਾਬਾ ਸ਼ਾਮ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਆਏ ਤਾਂ ਨਾਲ ਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਗੜਵਈ ਸੰਤ ਬਾਬਾ ਠਾਕੁਰ ਸਿੰਘ ਜੀ ਸਨ। ਦਾਸ ਕੁਝ ਵਿਦਿਆਰਥੀਆਂ ਨਾਲ ਕਥਾ ਦੀ ਵਿਚਾਰ ਕਰਕੇ ਪੌੜੀਆਂ ਉਤਰ ਰਿਹਾ ਸੀ। ਅੱਗੋਂ ਮਹਾਂਪੁਰਖ ਆ ਰਹੇ ਸਨ। ਸ਼ਰਧਾ ਨਾਲ ਗੁਰਫਤਿਹ ਬੁਲਾਈ। ਹੁਕਮ ਹੋਇਆ, ਲਿਖਾਰੀਆ, ਸਾਡੀ ਗੱਲ ਸੁਣ ਕੇ ਜਾਈ। ਹੁਕਮ ਮੰਨ ਕੇ ਦਾਸ ਮਗਰ ਮਗਰ ਹੋ ਤੁਰਿਆ। ਉੱਪਰ ਜਾ ਕੇ ਆਸਨ ਤੇ ਸੰਤ ਬੈਠ ਗਏ। ਕਹਿਣ ਲੱਗੇ, ਲਿਖਾਰੀਆ, ਤੈਨੂੰ ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ ਦਾ ਕਥਾਵਾਚਕ ਹੈੱਡ ਗ੍ਰੰਥੀ ਲਾ ਦਈਏ। ਤਾਂ ਸੁਣ ਕੇ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਕਰੀਬਨ ਸਾਰੀ ਕਥਾ ਆਪ ਜੀ ਪਾਸੋਂ ਜਥੇ ਵਿੱਚ ਰਹਿ ਕੇ ਲਿਖ ਲਈ ਹੈ ਅਤੇ ਦਸਮ ਗ੍ਰੰਥ ਦੀ ਲਿਖਣੀ ਸ਼ੁਰੂ ਕੀਤੀ ਹੈ ਅਤੇ ਸੁਤੰਤਰ ਰਹਿ ਕੇ ਕਥਾ ਕਰਨ ਤੇ ਸਿੰਘਾਂ ਨੂੰ ਪੜ੍ਹਾਉਣ ਦਾ ਸ਼ੌਂਕ ਹੈ। ਮਹਾਂਪੁਰਖ ਥੋੜਾ ਜਿਹਾ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ, ਪ੍ਰੀਤਮ ਸਿੰਘ, ਤੈਨੂੰ ਸਿਆਣਾ ਜਾਣ ਕੇ ਮਾਣ ਨਾਲ ਕਿਹਾ ਹੈ। ਚੰਗਾ ਹੈ ਜੇ ਮੰਨ ਜਾਵੇਂ। ਨਾਲ ਹੀ ਸੰਤ ਬਾਬਾ ਠਾਕੁਰ ਸਿੰਘ ਜੀ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਗੜਵਈ ਦੀ ਪਿਆਰ ਭਰੀ ਨਜ਼ਰ ਨਾਲ ਬੋਲੇ, ਲਿਖਾਰੀਆ, ਤੈਨੂੰ ਮਹਾਂਪੁਰਖਾਂ ਦਾ ਹੁਕਮ ਮੰਨਣਾ ਪਵੇਗਾ, ਕਿਉਂਕਿ ਮਹਾਂਪੁਰਖ ਬਚਨ ਦੇ ਆਏ ਹਨ ਕਿ ਸ਼ਾਮ ਨੂੰ ਬੰਦਾ ਭੇਜ ਦਿਓ। ਕੋਈ ਮੁਖੀ ਵਿਦਿਆਰਥੀ ਤਿਆਰ ਕਰ ਲਵਾਂਗੇ। ਭਾਵੇਂ ਚਿੱਤ ਨਹੀਂ ਸੀ ਚਾਹੁੰਦਾ ਨੌਕਰੀ ਕਰਨ ਨੂੰ, ਪਰ ਮਹਾਂਪੁਰਖਾਂ ਦਾ ਬਚਨ ਮੰਨਣਾ ਹੀ ਸੁਖਦਾਈ ਸੀ। ਦਾਸ ਕੁਝ ਨਾ ਬੋਲ ਸਕਿਆ। ਮਹਾਂਪੁਰਖਾਂ ਨੇ ਕਿਹਾ, ਪ੍ਰੀਤਮ ਸਿੰਘ, ਤੂੰ ਸਾਡਾ ਬਚਨ ਮੰਨਿਆ ਹੈ, ਜਾ, ਗੁਰੂ ਭਲਾ ਕਰੇਗਾ। ਬਸ ਇਹਨਾਂ ਲਫ਼ਜ਼ਾਂ ਵਿੱਚ ਬਖਸ਼ਿਸ਼ ਦੀ ਰਮਜ਼ ਸੀ, ਜਿਸ ਨੇ ਅਨੇਕਾਂ ਵਿਘਨਾਂ ਤੋਂ ਹੁਣ ਤੱਕ ਬਚਾਈ ਰੱਖਿਆ ਹੈ। ਸ਼ਾਮ ਨੂੰ ਸਿੰਘ ਆਇਆ। ਦਾਸ ਸੰਤ ਚੰਨਣ ਸਿੰਘ ਜੀ ਪਾਸ ਚਲਾ ਗਿਆ। ਸੰਤ ਦੇਖ ਕੇ ਬਹੁਤ ਖੁਸ਼ ਹੋਏ, ਕਿਉਂਕਿ ਅੱਗੇ ਮੰਗਲਾਂ ਦੀ ਵਿਚਾਰ ਸੰਬੰਧੀ ਕਈ ਵਾਰ ਮਿਲਦੇ ਰਹਿੰਦੇ ਸਾਂ। ਦਾਸ ਦਾ ਇਮਤਿਹਾਨ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਹੋਰ 2-3 ਵਿਦਵਾਨਾਂ ਦੀ ਵਿਚਾਰ ਨਾਲ ਮੰਜੀ ਸਾਹਿਬ ਕਥਾ ਕਰਵਾ ਕੇ ਅਤੇ ਹੋਰ ਪ੍ਰਸ਼ਨ ਉੱਤਰਾਂ ਰਾਹੀਂ ਲਿਆ, ਜਿਸ ਵਿੱਚ ਦਾਸ ਪਾਸ ਹੋ ਗਿਆ। ਇਹ ਟੈਸਟ 28 ਅਪ੍ਰੈਲ ਨੂੰ ਹੋਇਆ ਸੀ। ਦਾਸ ਨੇ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਕਥਾਵਾਚਕ ਹੈੱਡ ਗ੍ਰੰਥੀ ਦੀ ਡਿਊਟੀ ਗੁਰਦੁਆਰਾ ਦੁੱਖ ਨਿਵਾਰਨ ਪਟਿਆਲਾ ਵਿਖੇ ਜਾ ਸੰਭਾਲੀ।